ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਾਹਾਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਇਹ ਸ਼ੋ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਭੈ ਤੇ ਉਪਜੈ ਭਗਤ ਪ੍ਰਭ। ਇਹ ਭਾਈ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਡਰ ਧਾਰਨ ਕਰਨ ਤੋਂ ਹੀ ਅੰਦਰ ਪਰਮਾਤਮਾ ਦੀ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ। ਅੰਤਰ ਹੋਏ ਸ਼ਾਂਤ ਅਤੇ ਹਿਰਦੇ ਦੇ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਹੈ। ਨਾਮ ਜਪਤ ਗੋਵਿੰਦ ਕਾ। ਗੋਵਿੰਦ ਪਰਮੇਸ਼ਰ ਦਾ ਨਾਮ ਜਪਦੇ ਆ। ਸੈ ਭ੍ਰਮ ਭ੍ਰਾਂਤ। ਭਰਮ ਦੀ ਭ੍ਰਾਂਤੀ ਨਾਸ਼ ਹੋ ਜਾਂਦੀ ਹੈ। ਜਾਂ ਜੋ ਸਮਾਨ ਹਨੇਰੇ ਵਿੱਚ ਪਈ ਹੋਈ ਰੱਸੀ ਨੂੰ ਸੱਪ ਮੰਨ ਲੈਣਾ, ਇਹ ਭਰਮ ਹੈ। ਔਰ ਜੋ ਨਿਸ਼ਚਾ ਨਾ ਕਰ ਸਕਣਾ ਕਿ ਸੱਪ ਹੈ ਜਾਂ ਰੱਸੀ ਜਾਂ ਕੋਈ ਜ਼ਮੀਨ ਦੀ ਤਰੇੜ, ਇਹਨੂੰ ਭ੍ਰਾਂਤੀ ਕਹਿੰਦੇ ਨੇ। ਭਾਵ ਆਪਣੇ ਆਪ ਨੂੰ ਜੀਵ ਮੰਨ ਲੈਣਾ, ਇਹ ਭਰਮ ਹੈ। ਅਤੇ ਮੈਂ ਜੀਵ ਹਾਂ ਕਿ ਈਸ਼ਵਰ ਰੂਪ ਹਾਂ, ਇਹ ਭ੍ਰਾਂਤੀ ਹੈ। ਗੁਰਪੂਰਾ ਜਿਸ ਭੇਟਿਆ। ਜਿਸ ਨੂੰ ਪੂਰਨ ਗੁਰੂ ਮਿਲਿਆ ਹੈ, ਆਕੈ ਸੁਖ ਪਰਵੇਸ਼। ਉਸ ਦੇ ਹਿਰਦੇ ਦੇ ਅੰਦਰ ਸੁਖ ਸਰੂਪ ਦਾ ਵਿਸ਼ੇਸ਼ ਕਰਕੇ ਨਿਵਾਸ ਹੋ ਜਾਂਦਾ ਹੈ। ਮਨ ਕੀ ਮਤ ਤਿਆਗੀਐ। ਇਹ ਭਾਈ ਆਪਦੇ ਮਨ ਦੀ ਜੋ ਹਉਮੈ ਸਿਆਣਪ ਵਾਲੀ ਸਭ ਮਤ ਅਕਲ, ਇਹ ਛੱਡਣਾ ਕਰੀਏ। ਸੁਣੀਐ ਉਪਦੇਸ਼। ਅਤੇ ਸਲੋਕ ਸਰੂਪ ਸਮੀਪ ਸਾਯੁਜ ਮੁਕਤੀ ਦੇ ਨੇੜੇ ਪਹੁੰਚਾਉਣ ਵਾਲਾ ਉਪਦੇਸ਼ ਸੁਣਨਾ ਕਰੀਏ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸਿਮਰਤ ਸਿਮਰਤ ਸਿਮਰੀਆ। ਸਿਮਰਨ ਯੋਗ ਜਿਹੜਾ ਪ੍ਰਭੂ ਪਰਮਾਤਮਾ ਦਾ ਸਿਮਰਨ ਹੈ, ਸੋ ਉਸ ਨੂੰ ਕਰਨਾ ਚਾਹੀਦਾ। ਉਸ ਵਾਹਿਗੁਰੂ ਨੂੰ ਯਾਦ ਕਰੀਏ। ਸੋ ਪੁਰਖਾਂ ਦਾ ਤਾਰ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਦਾਤਾ ਪੁਰਖ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਨ ਤੇ ਕਬਹੁ ਨਾ ਵਿਸਰੈ। ਮਨ ਹਿਰਦੇ ਤੋਂ ਉਸ ਵਾਹਿਗੁਰੂ ਨੂੰ ਕਦੀ ਵੀ ਨਾ ਭੁੱਲੀਏ। ਸੋ ਪੁਰਖ ਅਪਾਰ। ਉਹ ਅਪਾਰ ਬੇਅੰਤ ਤੇ ਪੂਰਨ ਪ੍ਰਭੂ ਪੁਰਖ ਹੈ। ਚਰਨ ਕਮਲ ਸਿਉ ਰੰਗ ਲੱਗਾ। ਸਾਡਾ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਪ੍ਰਤੱਖ ਅਤੇ ਨਿਰਗੁਣ ਸਰੂਪ ਦੇ ਅਦਿਸ਼ਟਾਨ ਰੂਪ ਚਰਨ ਕਮਲਾਂ ਜਾਂ ਗੁਰੂ ਦੇ ਸ਼ਬਦ ਰੂਪ ਚਰਨ ਕਮਲਾਂ ਦੇ ਨਾਲ ਪ੍ਰੇਮ ਲੱਗਿਆ ਹੋਇਆ ਹੈ। ਅਚਰਜ ਗੁਰਦੇਵ। ਅਚਰਜ ਸਰੂਪ ਦੀ ਜੋਤ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਹਨ, ਉਹਨਾਂ ਦੀ ਕਿਰਪਾ ਦੇ ਨਾਲ ਸਾਡਾ ਗੁਰ ਸ਼ਬਦ ਰੂਪ ਚਰਨਾਂ ਦੇ ਨਾਲ ਪ੍ਰੇਮ ਲੱਗਾ ਹੋਇਆ ਹੈ। ਜਾਂ ਕਉ ਕਿਰਪਾ ਕਰੋ ਪ੍ਰਭ। ਇੰਝ ਬੇਨਤੀ ਕਰੀਏ ਕਿ ਹੇ ਪ੍ਰਮਾਤਮਾ, ਜਿਹਦੇ ਤੇ ਤੂੰ ਆਪਣੀ ਕਿਰਪਾ ਮਿਹਰ ਕਰਦਾ ਹੈ, ਤਾਂ ਕਉ ਲਾਵਹੁ ਸੇਵ। ਉਸ ਨੂੰ ਹੀ ਆਪਣੀ ਪ੍ਰੇਮਾ ਭਗਤੀ ਰੂਪੀ ਸੇਵਾ ਟਹਿਲ ਦੇ ਵਿੱਚ ਲਾਉਣਾ ਕਰਦਾ ਹੈ।
ਨਿਤ ਨਿਦਾਨ ਅੰਮ੍ਰਿਤ ਪੀਆ। ਜਿਸ ਨੇ 9 ਨਿਧੀਆਂ ਜਾਂ ਨਵਦਾ ਭਗਤੀ ਦਾ ਖਜ਼ਾਨਾ ਰੂਪ ਨਾਮ ਅੰਮ੍ਰਿਤ ਪੀਤਾ ਹੈ, ਜਾਂ 9 ਗੋਲਕਾਂ ਦਾ ਆਧਾਰ ਰੂਪ ਪਰਮੇਸ਼ਰ ਦੇ ਭਗਤੀ ਰੂਪ ਖਜ਼ਾਨੇ ਦੀ ਅੰਮ੍ਰਿਤ ਨੂੰ ਪੀਤਾ ਹੈ। ਮਨ ਤਨ ਆਨੰਦ ਉਸ ਦੇ ਮਨ, ਹਿਰਦੇ ਅਤੇ ਤਨ ਸਰੀਰ ਦੇ ਵਿੱਚ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਹੈ। ਨਾਨਕ ਕਬਹੁ ਨਾ ਵਿਸਰੈ। ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਨੂੰ ਕਦਾਚਿਤ ਵੀ ਵਾਹਿਗੁਰੂ ਨਹੀਂ ਭੁੱਲਦਾ। ਰੱਬ ਪਰਮਾਨੰਦ। ਸਤਿਗੁਰੂ ਜੀ ਫਰਮਾਉਂਦੇ ਕਿ ਜਿਹੜਾ ਪਰਮ ਆਨੰਦ, ਵੱਡੇ ਆਨੰਦ ਸਰੂਪ ਵਾਲਾ ਪ੍ਰਭ ਪਰਮੇਸ਼ਰ, ਉਹ ਕਦਾਚਿਤ ਵੀ ਭੁੱਲਣਾ ਨਾ ਕਰੇ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ। ਤ੍ਰਿਸ਼ਨਾ ਬੂਝੀ ਮਮਤਾ ਗਾਈ। ਇਹ ਭਾਈ ਤ੍ਰਿਸ਼ਨ ਬੁਝੀ, ਜੋ ਪ੍ਰਾਪਤੀ ਦੀ ਪ੍ਰਬਲ ਇੱਛਾ ਰੂਪ ਜਿਹੜੀ ਤ੍ਰਿਸ਼ਨਾ ਅੱਗ ਸੀ ਕਿ ਆ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਸੋ ਮਾਇਆ ਦੀ ਪਦਾਰਥਾਂ ਦੀ ਪ੍ਰਾਪਤੀ ਦੀ ਜੋ ਤ੍ਰਿਸ਼ਨਾ ਸੀ, ਜਿਸ ਬਾਬਤ ਸੈਸਕ੍ਰਿਤੀ ਸ਼ਲੋਕਾਂ 'ਚ ਪੰਜਵੇਂ ਪਾਤਸ਼ਾਹ ਦਾ ਬਚਨ ਹੈ ਕਿ ਲਓ ਲਈ ਤਿਸਨਾ ਅਤਿਪਤ ਮਨ ਮਾਏ। ਇੰਨਾ ਕੁ ਲੈ ਲਿਆ, ਇੰਨਾ ਕੁ ਹੋਰ ਲੈਣਾ ਹੈ, ਇਹਨੂੰ ਤ੍ਰਿਸ਼ਨਾ ਕਹਿੰਦੇ ਨੇ। ਇਹਦੇ 'ਚ ਮਨ ਰੱਜਦਾ ਨਹੀਂ ਹੈ। ਇਹ ਸਾਡੀ ਅੱਗ ਜਿਹੜੀ ਹੈ ਬੁਝ ਗਈ ਹੈ, ਭਾਵ ਸਮਾਪਤ ਹੋ ਗਈ ਹੈ, ਅਤੇ ਪਦਾਰਥਾਂ ਦੀ ਸਰੀਰ ਦੀ ਮਮਤਾ ਮੀਰ ਵੀ ਚਲੀ ਗਈ ਹੈ। ਨਾਠੇ ਪੈ ਪਰਮਾ। ਪਰ ਜੰਮਣ ਦੇ ਮਰਨ ਦਾ ਡਰ, 5 ਪ੍ਰਕਾਰ ਦਾ ਭਰਮ ਵੀ ਇਹ ਦੌੜ ਗਿਆ, ਨਿਵਰਤ ਹੋ ਗਿਆ ਹੈ। ਥਿਤ ਪਾਈ ਆਨੰਦ ਭਇਆ। ਆਸਾ ਨੇ ਤੁਰੀਆ ਪਦ ਦੇ ਵਿੱਚ ਅਸਥਿਤੀ ਪਾਈ ਹੈ ਅਤੇ ਆਨੰਦ ਸਰੂਪ ਸਾਖਿਅਤ ਹੋ ਗਿਆ ਹੈ। ਗੁਰ ਕੀਨੇ ਧਰਮਾ। ਇਹ ਗੁਰੂ ਸਾਹਿਬ ਜੀ ਨੇ ਪੁੰਨ ਨਿਯਮ ਨਿਭਾਉਣਾ ਕੀਤਾ ਹੈ। ਗੁਰ ਪੂਰਾ ਆਰਾਧਿਆ। ਮੈਂ ਪੂਰਾ ਗੁਰੂ ਸਾਹਿਬ ਜੀ ਆਰਾਧਨਾ ਕੀਤਾ, ਧਿਆਉਣਾ ਕੀਤਾ ਹੈ। ਸੀ ਮੇਰੇ ਪੀਰਾ। ਜਿਸ ਕਰਕੇ ਮੇਰੀ ਹੰਗਤਾ ਮਮਤਾ ਦੀ ਪੀੜਾ ਇਹ ਨਾਸ਼ ਹੋ ਗਈ ਹੈ। ਤਨ ਮਨ ਸਭ ਸੀਤਲ ਭਇਆ। ਸੋ ਮੇਰਾ ਤਨ ਜਿਹੜਾ ਸਰੀਰ ਸੀ ਵਿਸ਼ਿਆਂ ਵੱਲੋਂ ਅਤੇ ਮਨ ਵਾਸ਼ਨਾਵਾਂ ਵੱਲੋਂ ਸਾਰਾ ਕੁਝ ਹੀ ਠੰਡਾ ਠਾਰ ਹੋ ਗਿਆ ਹੈ। ਤਬ ਤੋਂ ਮਾਹੇ ਠਾਂਡ ਵਰਤਾਈ, ਆਨੰਦ ਭਇਆ, ਦੁੱਖ ਨਾਟੇ ਭਾਈ। ਪਾਇਆ ਸੁਖ ਵੀਰ। ਹੇ ਮੇਰੇ ਵੀਰ, ਹੇ ਭਾਈ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਜਾਂ ਜਿਸ ਨੇ ਸੁਖ ਸਰੂਪ ਨੂੰ ਪਾ ਲਿਆ ਉਹੀ ਅਸਲ ਵੀਰ ਸੂਰਮਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੋਵਤ ਹਰ ਜਪ ਜਾਗਿਆ। ਜਿਨ੍ਹਾਂ ਨੇ ਸੁੱਤੇ ਪਿਆਂ ਅਤੇ ਜਾਗਦਿਆਂ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ, ਉਹ ਜਿਹੜਾ ਪਰਮੇਸ਼ਰ ਨੂੰ ਵੇਖਿਆ ਬਿਸਮਾਦ। ਵੇਖ ਕਰਕੇ ਅਸਚਰਜ ਹੋ ਗਏ ਹਨ। ਜਾਂ ਇਸੇ ਪ੍ਰਕਾਰ ਸੋਵਤ ਹਰ ਜਪ ਜਾਗਿਆ। ਇਹ ਜਿਹੜਾ ਮਨ ਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ ਸੀ, ਜਦ ਹਰੀ ਨਾਮ ਜਪ ਕੇ ਅਸਚਰਜ ਸਰੂਪ ਨੂੰ ਵੇਖਿਆ ਬਿਸਮਾਦ। ਅਸਚਰਜ ਸਰੂਪ ਨੂੰ ਵਿਆਪਕ ਵੇਖ ਲਿਆ ਸਭ ਥਾਂ 'ਤੇ, ਤਦੋਂ ਇਹ ਮਨ ਜਿਹੜਾ ਹੈ ਉਹ ਗਿਆਨ ਅਵਸਥਾ ਦੇ ਵਿੱਚ ਜਾਗ ਪਿਆ। ਅਰਥਾਤ ਇੱਕ ਘਣ ਸੁਖੋਪਤ ਅਵਸਥਾ ਦਾ ਸੋਹਣਾ, ਇੱਕ ਸੁਖੋਪਤ ਅਵਸਥਾ ਦਾ ਸੋਹਣਾ।
ਇੱਕ ਸੁਪਨੇ ਅਵਸਥਾ ਦਾ ਸੌਣਾ ਤੇ ਚੌਥੀ ਜਾਗਰਤ ਅਵਸਥਾ ਮੰਨੀ ਹੈ। ਘਾਟ ਸੁਖੋਪਤ ਅਵਸਥਾ ਦੇ ਵਿੱਚ ਦਰਖਤ ਹਨ। ਆਪਣਾ ਘਣ ਸੁਖੋਪਤ ਅਵਸਥਾ 'ਚ ਪੱਥਰ ਨੇ ਤੇ ਸੁਖੋਪਤ ਅਵਸਥਾ ਵਿੱਚ ਪਸ਼ੂ ਪੰਛੀ ਨੇ। ਸੁਪਨ ਅਵਸਥਾ ਵਿੱਚ ਦਰਖਤ ਹਨ। ਜਿਹੜਾ ਬੰਦਾ ਹੈ ਮਨੁੱਖ ਇਹ ਜਾਗਰਤ ਅਵਸਥਾ ਵਾਲਾ ਮੰਨਿਆ ਹੈ। ਇਸੇ ਪ੍ਰਕਾਰ ਜਿਹੜੇ ਪਾਂਬਰ ਪੁਰਖ ਹਨ ਇਹ ਘਣ ਸੁਖੋਪਤ ਅਵਸਥਾ ਵਾਲੇ ਪੱਥਰ ਦਿਲ ਇਨਸਾਨ ਨੇ, ਜਿਨ੍ਹਾਂ ਦੇ ਗੁਰ ਉਪਦੇਸ਼ ਰੂਪਾਣੀ ਦਾ ਰਤੀ ਪਰ ਵੀ ਅਸਰ ਨਹੀਂ ਹੁੰਦਾ। ਜਿਹੜੇ ਜੜ ਬਿਰਤੀ ਵਾਲੇ ਸਕਾਮੀ ਪੁਰਖ ਨੇ ਇਹ ਸੁਖੋਪਤ ਅਵਸਥਾ ਵਾਲੇ ਹਨ। ਜਗਿਆਸੂ ਸੁਪਨ ਅਵਸਥਾ ਵਾਲੇ ਨੇ, ਪਰ ਬ੍ਰਹਮ ਗਿਆਨੀ ਜਾਗਰ ਅਵਸਥਾ ਵਾਲੇ ਮੰਨੇ ਗਏ ਹਨ। ਪੀ ਅੰਮ੍ਰਿਤ ਤ੍ਰਿਪਤਾਸਿਆ, ਉਹਨਾਂ ਦਾ ਮਨ ਨਾਮ ਅੰਮ੍ਰਿਤ ਰੂਪ ਜਲ ਨੂੰ ਪੀ ਕੇ ਤ੍ਰਿਪਤ ਹੋ ਗਿਆ, ਰੱਜ ਗਿਆ ਹੈ। ਤਾਂ ਕਾ ਇਚਰਜ ਸਵਾਦ, ਇਸ ਨਾਮ ਅੰਮ੍ਰਿਤ ਰਸ ਵਿਸਮਾਦਤਾਈ ਵਾਲਾ ਹੈ। ਆਪ ਮੁਕਤ ਸੰਗੀ ਤਾਰੇ, ਉਹ ਆਪ ਦਾ ਬੰਧਨਾਂ ਤੋਂ ਛੁੱਟੇ ਹੋਏ ਨੇ। ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਗਏ ਹਨ। ਕੁਲ ਕੁਟੰਬੇ ਉਦਾਰੇ, ਪਰ ਉਹਨਾਂ ਨੇ ਆਪਣੀਆਂ ਕੁਲਾਂ ਪਰਿਵਾਰ ਨੂੰ ਵੀ ਤਾਰ ਲਿਆ ਹੈ। ਸਫਲ ਸੇਵਾ ਗੁਰਦੇਵ ਕੀ, ਇਸ ਕਰਕੇ ਉਹਨਾਂ ਗੁਰਮੁਖਾਂ ਦੁਆਰਾ ਗੁਰੂ ਸਾਹਿਬ ਜੀ ਦੀ ਜਿਹੜੀ ਸੇਵਾ ਟਹਿਲ ਕਰਨੀ ਹੈ ਇਹ ਸਫਲੀ ਪਰਮਾਨਿਕ ਹੈ। ਨਿਰਮਲ ਦਰਬਾਰੇ, ਹਰ ਪਰਮੇਸ਼ਰ ਦੇ ਸੱਚਖੰਡ ਰੂਪ ਦਰਬਾਰ ਦੇ ਵਿੱਚ ਉਜਲ ਮੁਖ ਵਾਲੇ ਹੁੰਦੇ ਨੇ, ਜਾਂ ਅਸਤ ਜੜ ਦੁੱਖ ਰੂਪ ਮਾਇਆ ਤੋਂ ਰਹਿਤ ਹੋ ਕੇ ਸਰੂਪ ਰੂਪੀ ਦਰਬਾਰ ਦੇ ਵਿੱਚ ਪਹੁੰਚ ਜਾਂਦੇ ਹਨ। ਨੀਚ ਅਨਾਥ ਅਜਾਨ ਮੈਂ, ਉਹ ਗੁਰਮੁਖ ਜਨ ਨਿਮਰਤਾ ਦੇ ਵਿੱਚ ਪਰਮਾਤਮਾ ਕੀ ਬੇਨਤੀ ਕਰਦੇ ਨੇ ਕਿ ਇਹ ਪਰਮੇਸ਼ਰ, ਮੈਂ ਕਾਮਾਦਿਕ ਵਿਕਾਰਾਂ ਕਰਕੇ ਨੀਵਿਆਂ, ਸੰਤੋਖ ਰੂਪ ਪਿਤਾ, ਖੇਮਾ ਰੂਪ ਮਾਤਾ ਆਦਿਕ ਪਰਿਵਾਰ ਤੋਂ ਰਹਿਤ ਹੋਣ ਕਰਕੇ ਯਤੀਮ ਹਾਂ ਅਤੇ ਅਜਾਨ ਅਗਿਆਨੀ ਹਾਂ। ਨਿਰਗੁਣ ਗੁਣਹੀਨ, ਨਿਰਗੁਣ ਅਲਪਗ ਜੀਵ, ਗੁਣਹੀਨ ਸ਼ੁਭ ਗੁਣਾਂ ਤੋਂ ਰਹਿਤ ਹਾਂ ਜੀ। ਨਾਨਕ ਕਉ ਕਿਰਪਾ ਪਾਈ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਸਾਡੇ ਜਨਾਂ ਦੇ ਤਾਈ ਪਰਮੇਸ਼ਰ ਦੀ ਮਿਹਰ ਹੋਈ ਹੈ। ਦਾਸ ਆਪਨਾ ਕੀਨਾ, ਪਰ ਮੈਨੂੰ ਆਪ ਦਾ ਸੇਵਕ ਬਣਾ ਲੈਣਾ ਕੀਤਾ ਵਾਹਿਗੁਰੂ ਜੀ ਨੇ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੋ ਪਾਵਨ ਫਰਮਾਨ ਕਰਦੇ ਹਨ। ਹਰ ਭਗਤਾਂ ਕਾ ਆਸਰਾ, ਇਹ ਹਰੀ ਪਰਮੇਸ਼ਰ ਤੂੰ ਆਪਣੇ ਭਗਤਾਂ ਸੇਵਕਾਂ ਦਾ ਆਸਰਾ ਰੂਪ ਹੈ। ਤੂੰ ਭਗਤਾਂ ਕਾ ਤਾਣ ਤੇ ਸੋ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਤੂੰ ਆਪਦੇ ਭਗਤਾਂ ਦੇ ਅਧੀਨ ਹੈ, ਉਹਨਾਂ ਦੀ ਹਰੇਕ ਗੱਲ ਮੰਨਦਾ ਹੈ ਤੇ ਜਿਹੜੇ ਤੇਰੇ ਭਗਤ ਨੇ ਉਹਨਾਂ ਨੂੰ ਤੇਰਾ ਆਸਰਾ ਹੈ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸੁਆਮੀ। ਜਿਹੜੇ ਇੰਝ ਬੇਨਤੀਆਂ ਕਰਦੇ ਨਿਮਰਤਾ ਦੇ ਵਿੱਚ ਆ ਕੇ ਇੱਕ ਵਾਹਿਗੁਰੂ ਜੀ ਨੂੰ ਹੀ ਆਪਣਾ ਆਸਰਾ ਮੰਨਦੇ ਨੇ, ਵਾਹਿਗੁਰੂ ਫਿਰ ਉਹਨਾਂ ਦਾ ਹੀ ਹੈ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਹੀਂ। ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸੇ। हे ਵਾਹਿਗੁਰੂ ਜੀ, ਤੂੰ ਐਸਾ ਦੀਨ ਦਿਆਲ ਹੈ ਕਿ
अपने सेवक की आपे रखै। आपे नाम जपावै जह जह काज किरत की सेवक तहाँ तहाँ उठ धावै। सेवक को निकटी होए दिखावै जो जो कह ठाकुर पै सेवक तत्काल होए आवे। तू आप दे सेवकां दा भगतां दा आसरा आधार रूप है। ਅਨ ਨਾਹੀ ਠਾਓ ਉਹਨਾਂ ਸੇਵਕਾਂ ਨੂੰ ਤੈਥੋਂ ਬਿਨਾ ਹੋਰ ਕੋਈ ਵੀ ਥਾਂ ਨਹੀਂ ਹੈ। ਤਾਣ ਦੀਵਾਨ ਪਰਵਾਰ ਧਨ हे परमेश्वर तेरा नाम ही भगतां दा सरीरक बल ते मन दा आसरा है। ते परिवार धन परिवार भी वाहिगुरु दा नाम ते धन आदਿਕ भी। हे परमात्मा तेरा नाम ही भगतां ने मन्निया होया है। ਅਬ ਤੇਰਾ ਨਾਮ हे परमात्मा तेरा नाम ही तेरे भगतां वास्ते तान है तन दा दीवान है मन दा आसरा। परिवार है शुभ गुणां दा सत संदोख धीरज दया धर्म विचार। वाहिगुरु दे नाम दे नाल ही ये गुण मिलदे ने। ते जिहड़ा धन है दुनियावी धन मरण तो बाद कम नहीं आउंदा। नाम रूपी धन भी सो अंतरीव गुणां दे नाल मत विच रतन जवाहर माणक जे एक गुर की सिख सुनी इहदे नाल माला माल करन वाला भी तू खुद आप ही है। ਕਰ ਕਿਰਪਾ ਪ੍ਰਭ ਆਪਣੀ हे प्रभ परमेश्वर तू आप दी कृपा मेहर कर। ਆਪਣੇ ਦਾਸ ਰਖ ਲੀਏ ਜਦੋਂ ਤੂੰ ਮਿਹਰ ਕਰਦਾ ਹੈ ਮਿਹਰ ਕਰਕੇ ਆਪਦੇ ਜਿਹੜੇ ਦਾਸ ਸੇਵਕ ਉਹਨਾਂ ਨੂੰ ਵਿਕਾਰਾਂ ਵੱਲੋਂ ਜਾਂ ਪਰਲੋਕ ਦੇ ਵਿੱਚ ਉਹਨਾਂ ਨੂੰ ਬਚਾ ਕੇ ਮਾਇਆ ਤੋਂ ਰੱਖ ਲੈਣਾ ਕੀਤਾ ਹੈ। ਨਿੰਦਕਾਇ ਨਿੰਦਾ ਕਰ ਪਛੇ ਨਿੰਦਿਆ ਕਰਨ ਵਾਲੇ ਪੁਰਖ ਨਿੰਦਾ ਆਪਜਸ ਕਰਕੇ ਹੀ ਈਰਖਾ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ। ਮਕਾਲ ਗ੍ਰਸੀਏ ਹਰ ਅੰਤ ਨੂੰ ਯਮ ਕਾਲ ਯਮਦੂਤ ਗ੍ਰਸ ਲੈਂਦੇ ਨੇ ਪਕੜ ਲੈਂਦੇ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਤਾਂ ਏਕ ਧਿਆਵਨਾ ਜੋ ਸੰਤ ਮਹਾਤਮਾ ਜਾਣੇ ਉਹਨਾਂ ਨੇ ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਹੀ ਧਿਆਉਣਾ ਕੀਤਾ। ਉਸ ਵਾਹਿਗੁਰੂ ਦਾ ਹੀ ਸਿਮਰਨ ਕੀਤਾ ਹੈ। ਦੂਸਰ ਕੋ ਨਾਹੀ ਔਰ ਉਹਨਾਂ ਦੇ ਹਿਰਦੇ ਅੰਦਰ ਦੂਜਾ ਹੋਰ ਕੋਈ ਨਹੀਂ ਪ੍ਰਤੀਤ ਹੁੰਦਾ। ਇਕ ਸਿਆਗੈ ਬੇਨਤੀ ਉਹ ਸੰਤ ਜਨ ਉਸ ਇੱਕ ਪਰਮਾਤਮਾ ਦੇ ਅੱਗੇ ਸਨਮੁਖੀ ਬੇਨਤੀ ਅਰਜ਼ੋਈ ਕਰਦੇ ਨੇ। ਰਵਿਆ ਸਰਬ ਥਾਏ ਜੋ ਪਰਮੇਸ਼ਰ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਪਰਿਪੂਰਨ ਮਿਲਿਆ ਹੋਇਆ ਹੈ। ਕਥਾ ਪੁਰਾਤਨ ਆਉ ਸੁਣੀ ਪੁਰਾਣੇ ਸਮੇਂ ਸਤਿਯੁਗ ਤ੍ਰੇਤਾ ਦੁਆਪਰ ਆਦਿਕ ਦੀ ਕਥਾ ਇੰਜ ਸਰਵਣ ਕੀਤੀ ਹੈ ਕਿ ਭਗਤਨ ਕੀ ਬਾਣੀ ਭਗਤ ਜਨਾਂ ਦੀ ਬਾਣੀ ਬਚਨਾਂ ਰਾਹੀਂ ਇੰਜ ਦੀ ਕਥਾ ਪਿਛਲੇ ਯੁੱਗਾਂ ਦੀ ਸਰਵਣ ਕੀਤੀ ਹੈ। ਸਗਲ ਦੁਸ਼ਟ ਖੰਡ ਖੰਡ ਕੀਏ ਕਿ ਪਰਮਾਤਮਾ ਨੇ ਆਪਦੇ ਸੰਤਾਂ ਭਗਤਾਂ ਨੂੰ ਦੁੱਖ ਦੇਣ ਵਾਲੇ ਜਿੰਨੇ ਵੀ ਦੁਸ਼ਟ ਖੋਟੇ ਪੁਰਸ਼ ਸਨ ਫੜ ਕੇ ਖੰਡਾ ਜਾਂ ਤਲਵਾਰ ਉਹਨਾਂ ਨੂੰ ਟੋਟੇ ਟੋਟੇ ਕਰ ਸੁੱਟਿਆ। ਰੱਬ ਨੇ ਅਜੇ ਦੁਨੀਆ ਵੀ ਨਹੀਂ ਸੀ ਬਣਾਈ, ਕੁਝ ਵੀ ਨਹੀਂ ਸੀ ਬਣਾਇਆ, ਪੰਜ ਤੱਤ ਵੀ ਨਹੀਂ ਸਨ ਬਣਾਏ। ਉਹਨੂੰ ਪਤਾ ਸੀਗਾ ਵੀ ਦੁਸ਼ਟਾਂ ਨੇ ਪੈਦਾ ਹੋਣਾ ਹੈ। ਖੰਡਾ ਸਭ ਤੋਂ ਪਹਿਲਾਂ ਹੀ ਬਣਾ ਦਿੱਤਾ ਦੁਸ਼ਟਾਂ ਦੇ ਟੋਟੇ ਕਰਨ ਵਾਸਤੇ। ਚੰਡੀ ਦੀ ਵਾਰ ਦੇ ਵਿੱਚ ਮਹਾਰਾਜ ਦਾ ਬਚਨ ਹੈ
ਪ੍ਰਥਮੈ ਖੰਡਾ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ। ਸਭ ਤੋਂ ਪਹਿਲਾਂ ਰੱਬ ਨੇ ਖੰਡਾ ਬਣਾਇਆ, ਉਹਦੇ ਤੋਂ ਬਾਅਦ ਦੁਨੀਆ ਨੂੰ ਪੈਦਾ ਕੀਤਾ। ਕਾਹਦੇ ਵਾਸਤੇ? ਦੁਸ਼ਟਾਂ ਨੂੰ ਟੋਟੇ ਟੋਟੇ ਕਰਕੇ ਸੁੱਟਣ ਵਾਸਤੇ। ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਸੇ ਹੀ ਖੰਡੇ ਦੇ ਨਾਲ ਅੰਮ੍ਰਿਤ ਤਿਆਰ ਕਰਕੇ ਆਪਦੇ ਗੁਰਸਿੱਖਾਂ ਨੂੰ ਛਕਾਉਣਾ ਕੀਤਾ ਹੈ। ਤਲਵਾਰ ਦੀ ਧਾਰ ਜੋ ਸਭ ਤੋਂ ਉੱਤਮ ਤਲਵਾਰ ਮੰਨੀ ਹੈ, ਵਾਹਿਗੁਰੂ ਜੀ ਦੀ ਸ਼ਕਤੀ, ਜਿਹਦੀ ਬਾਬਤ ਪਾਤਸ਼ਾਹ ਦਾ ਬਚਨ ਹੈ, ਪ੍ਰਥਮ ਭਗਉਤੀ ਸਿਮਰ ਕੈ। ਰੱਬ ਤੋਂ ਵੀ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਭਗਉਤੀ ਨੂੰ ਯਾਦ ਕੀਤਾ। ਐਸੀ ਭਗਉਤੀ ਚੰਡੀ ਵਾਹਿਗੁਰੂ ਜੀ ਦੀ ਸ਼ਕਤੀ ਸਮਰੱਥ ਹੈ, ਜਿਹਦੇ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੋਣ ਵਾਲਾ। ਸੋ ਉਸ ਤਲਵਾਰ ਦੀ ਧਾਰ ਦੇ ਨਾਲ ਪੰਜਾਂ ਪਿਆਰਿਆਂ ਦੇ ਸੀਸ ਧੜ ਨਾਲੋਂ ਜੁਦਾ ਕਰਕੇ ਫਿਰ ਆਪਣੀ ਆਤਮਿਕ ਸ਼ਕਤੀ ਨਾਲ ਸੁਰਜੀਤ ਕਰਕੇ ਉਹਨਾਂ ਨੂੰ ਜਿਉਂਦੇ ਕਰਨ ਤੋਂ ਬਾਅਦ ਅੰਮ੍ਰਿਤ ਛਕਾਇਆ। ਕਈ ਵਾਰ ਆਪਾਂ ਭੁਲੇਖਾ ਖਾ ਜਾਂਦੇ ਹਾਂ ਵੀ ਅੰਮ੍ਰਿਤ ਪਹਿਲਾਂ ਤਿਆਰ ਕੀਤਾ, ਉਹਨਾਂ ਪੰਜਾਂ ਪਿਆਰਿਆਂ ਨੂੰ ਜਿਹੜੇ ਸੀਸ ਉਤਰੇ ਸੀ ਉਹਨਾਂ ਤੇ ਛੱਟੇ ਮਾਰੇ ਅੰਮ੍ਰਿਤ ਦੇ, ਅੰਮ੍ਰਿਤ ਨਾਲ ਜਿਉਂਦੇ ਕੀਤਾ। ਕਰ ਤਾਂ ਇੰਝ ਵੀ ਸਕਦੇ ਸੀ, ਪਰ ਗੁਰੂ ਸਾਹਿਬ ਨੇ ਆਪਦੀ ਸ਼ਕਤੀ ਨਾਲ ਜਿਉਂਦੇ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੂੰ ਜਿਉਂਦੇ ਕੀਤਾ ਹੈ। ਜਿਉਂਦੇ ਕਰਨ ਤੋਂ ਬਾਅਦ ਆਖਿਆ ਵੀ ਹੱਥ ਜੋੜ ਕੇ ਖੜੋ, ਉਹਨਾਂ ਦੀ ਹਜ਼ੂਰੀ 'ਚ ਅੰਮ੍ਰਿਤ ਤਿਆਰ ਕੀਤਾ ਹੈ। ਇਸੇ ਵਾਸਤੇ ਜਦ ਅੰਮ੍ਰਿਤ ਛਕੀਦਾ ਤਾਂ ਅੰਮ੍ਰਿਤ ਤਿਆਰ ਹੋਣ ਤੋਂ ਪਹਿਲਾਂ ਹੀ ਸੰਗਤਾਂ ਨੂੰ ਹੱਥ ਜੋੜ ਕੇ ਖਿਲਾਰ ਲਈਦਾ। ਇਹ ਕਲਗੀਧਰ ਮਹਾਰਾਜ ਜੀ ਦੀ ਮਰਜ਼ਾਦਾ ਹੈ। ਔਰ ਫਿਰ ਖੰਡੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਨਾਮ ਦਿੱਤਾ। ਸੋ ਖਾਲਸਾ ਸਭ ਤੋਂ ਉੱਤਮ ਹੈ ਕਿ ਜੋ ਪ੍ਰਥਮ ਭਗਉਤੀ ਹੈ ਉਹਦੀ ਧਾਰ ਦੇ ਵਿੱਚੋਂ ਪ੍ਰਗਟ ਹੋਇਆ ਹੈ, ਤੇ ਜਿਹੜਾ ਪ੍ਰਥਮੇ ਖੰਡਾ ਸਾਜਿਆ ਵਾਹਿਗੁਰੂ ਜੀ ਨੇ ਉਹਦਾ ਅੰਮ੍ਰਿਤ ਇਹਨੇ ਪਾਨ ਕੀਤਾ ਹੈ। ਤੇ ਇਸ ਲਈ ਜੋ ਵਾਹਿਗੁਰੂ ਜੀ ਹੈ ਉਸ ਨੇ ਆਪਦੇ ਸੇਵਕਾਂ ਭਗਤਾਂ ਦੀ ਰੱਖਿਆ ਕਰਨ ਲਈ ਵੇਖੋ ਖੰਡਾ ਤੇ ਤਲਵਾਰ ਬਣਾਈ ਹੈ। ਜੇ ਸ਼ਿਵ ਜੀ ਮਹਾਰਾਜ ਰੱਖਿਆ ਕਰਦਾ ਤਾਂ ਉਹਦੇ ਹੱਥ ਵਿੱਚ ਤ੍ਰਿਸ਼ੂਲ ਹੈ, ਸ਼ਿਵ ਜੀ ਦਾ ਤ੍ਰਿਸ਼ੂਲ ਹੈ। ਤੇ ਜਿਹੜਾ ਵਿਸ਼ਨੂੰ ਭਗਵਾਨ ਹੈ ਉਹਦੇ ਹੱਥ ਦੇ ਵਿੱਚ ਸੁਦਰਸ਼ਨ ਚੱਕਰ ਹੈ। ਮੂਰਖ ਸਰਕਾਰਾਂ ਜੋ ਦੁਨਿਆਵੀ ਤਖਤ ਤੇ ਬੈਠ ਜਾਂਦੀਆਂ ਆਪਦਾ ਹੁਕਮ ਚਲਾਉਂਦੀਆਂ ਨੇ ਵੀ ਹਥਿਆਰ ਜਿਹੜੇ ਨੇ ਇਹ ਸ਼ਾਂਤੀ ਨਹੀਂ ਰਹਿਣ ਦਿੰਦੇ, ਇਹ ਲੜਾਈ ਝਗੜਾ ਪੈਦਾ ਕਰਦੇ ਨੇ। ਅੱਜ ਕੱਲ੍ਹ ਕਿਸੇ ਨੇ ਛੋਟੇ ਜਿਹੇ ਪਿਸਤੌਲ ਦਾ ਵੀ ਲਾਇਸੈਂਸ ਬਣਾਉਣਾ ਹੋਵੇ ਤੇ 12,000 ਰੁਪਏ ਦੇ 4 ਕਾਗਜ਼ ਮਿਲਦੇ ਨੇ। ਇੰਨੇ ਸਾਡੇ ਜਿਹੜੇ ਮੈਨੇਜ ਕਰਨ ਵਾਲੇ ਉਹ ਭੁੱਖੇ ਬੈਠੇ ਹਨ। ਮਤਲਬ 12,000 ਦੇ 4-5 ਕਾਗਜ਼ ਫਾਰਮ ਭਰੋ ਤਾਂ ਫਿਰ ਕਿਤੇ ਜਾ ਕੇ ਅਪਲਾਈ ਕੀਤਾ ਜਾਂਦਾ ਤੇ 100 ਤਰਲੇ ਮਰਾ ਕੇ ਬੰਦੇ ਦਾ ਮੱਚ ਮਰ ਜਾਂਦਾ, ਜੁੱਤੀਆਂ ਕਰ ਜਾਂਦੀਆਂ, ਫਿਰ ਕਿਤੇ ਟੁੱਟੇ ਜਿਹੇ ਸੈਨ ਮਿਲਦੇ ਨੇ ਜਿਹਦੇ ਨਾਲ ਲਾਇਸੈਂਸ ਬਣਦਾ। ਇੰਨਾ ਔਖਾ ਹੈ। ਇਹਨਾਂ ਲੋਕਾਂ ਦੇ ਮਨਾਂ 'ਚ ਭੁਲੇਖਾ ਹੈ, ਪਤਾ ਨਹੀਂ ਕਿੰਨੇ ਪਾਇਆ ਵੀ ਹਥਿਆਰਾਂ ਦੇ ਨਾਲ ਲੜਾਈ ਹੁੰਦੀ। ਜੇ ਕਮਲਾ ਬੰਦਾ ਲੜਦਾ ਜ਼ਿਆਦਤੀ ਕਰਦਾ ਹੋਵੇ, ਜੇ ਹਥਿਆਰ ਨਾ ਦਿਖਾਓ ਚੁੱਪ ਹੀ ਨਹੀਂ ਕਰਦਾ। ਹਥਿਆਰਾਂ ਨਾਲ ਸ਼ਾਂਤੀ ਸਥਾਪਿਤ ਹੁੰਦੀ ਹੈ। ਜੇ ਲੜਾਈ ਹੁੰਦੀ ਹੋਵੇ ਤੇ ਸਾਡੀ BSF ਚੁੱਪ ਕਰਕੇ ਹਥਿਆਰ ਸੁੱਟ ਕੇ ਆਪਦੇ ਪਰੌਂਠੇ ਖਾਏ, ਚਾਹ ਬਿਸਕੁਟ ਘਰ ਦੇ ਵਿੱਚ ਬਹਿ ਕੇ ਬੱਚਿਆਂ 'ਚ ਪੀਵੇ। ਉਹਨਾਂ ਨੂੰ ਭਲਾ ਕੀ ਕਮਲ ਕੁੱਦਿਆ ਵੀ ਉਹ ਹਥਿਆਰ ਫੜ ਕੇ ਸਾਡੀਆਂ ਸਰਹੱਦਾਂ ਦੇ ਉੱਪਰ ਖੜੇ ਨੇ। ਇੱਧਰੋਂ ਪਾਕਿਸਤਾਨੀ ਨਹੀਂ ਟਿਕਣ ਦਿੰਦੇ, ਉੱਧਰੋਂ ਚਾਈਨਾ ਵਾਲੇ ਨਹੀਂ ਟਿਕਣ ਦਿੰਦੇ। ਹਥਿਆਰ ਰੱਖ ਕੇ ਬੰਦਾ ਵੇਖੇ ਸਹੀ, ਮਿੰਟਾਂ ਸਕਿੰਟਾਂ 'ਚ ਉਹਨਾਂ ਨੇ ਸਗੋਂ ਲੜਾਈ ਮਚਾ ਕੇ ਤੇ ਸਾਡੇ ਦੇਸ਼ 'ਤੇ ਕਬਜ਼ਾ ਕਰ ਲੈਣਾ। ਹਥਿਆਰ ਹੀ ਨੇ ਜਿਹਦੇ ਤੋਂ ਵਿਗੜੇ ਤਿਗੜੇ ਬੰਦੇ ਡਰ ਕੇ ਤੇ ਲੜਾਈ ਤੋਂ ਗੁਰੇਜ਼ ਕਰਦੇ ਨੇ। ਤੁਹਾਡੇ ਗਾਤਰੇ ਕਿਰਪਾਨ ਹੋਊਗੀ,
ਸਾਡੀ ਭੈਣ ਵੱਲ ਕੋਈ ਨਿਗਾਹ ਚੁੱਕ ਕੇ ਨਹੀਂ ਦੇਖ ਸਕਦਾ। ਕੁਦਰਤੀ ਇਨਸਾਨ ਦਾ ਪ੍ਰਭਾਵ ਹੁੰਦਾ ਹੈ। ਨਿਹੰਗ ਸਿੰਘ ਗਾਤਰੇ ਵਾਲੇ ਅੰਮ੍ਰਿਤਧਾਰੀ ਦੇ ਕੋਲੋਂ ਸੁਦੇ ਸਿੱਧੀ ਜਿਹੜੇ ਆਮ ਕਮਲੇ ਰਮਲੇ ਨੇ ਪਾਸੇ ਹੋ ਜਾਂਦੇ ਨੇ ਵੀ ਇਹਦਾ ਕੀ ਲੈਣਾ, ਇਹਨੇ ਤਾਂ ਵਰਸ਼ਾ ਵਗਾ ਦੇਣਾ, ਤੇ ਇਸ ਵਾਸਤੇ ਕਿਤੇ ਕਿਰਪਾਨ ਹੀ ਨਾ ਕੱਢ ਲਏ। ਕਹਿਣ ਦਾ ਭਾਵ ਹੈ ਕਿ ਬੰਦੇ ਮਾਰਨ ਵਾਸਤੇ ਹਥਿਆਰ ਨਹੀਂ ਹੁੰਦਾ, ਸ਼ਾਂਤੀ ਸਥਾਪਿਤ ਕਰਨ ਵਾਸਤੇ ਅਮਰੀਕਾ ਨੇ, ਦੁਨੀਆ ਨੇ ਇਹ ਗੱਲ ਮੰਨੀ ਹੋਈ ਹੈ। ਤੇ ਇਸ ਵਾਸਤੇ ਜਿਹੜਾ ਰੱਬ ਹੈ ਉਹ ਵੀ ਹਥਿਆਰਬੰਦ ਹੈ। ਜਿਸ ਰਾਮ ਨੂੰ ਆਪਾਂ ਮੰਨਦੇ ਹਾਂ, ਰਾਮ ਦੇ ਉਪਾਸ਼ਕ ਹਾਂ, ਜਿਸ ਰਾਮ ਰਾਜ ਦਾ ਸੁਪਨਾ ਲੈ ਰਹੇ ਹਾਂ, ਉਹ ਰਾਮ ਦੇ ਹੱਥ ਦੇ ਵਿੱਚ ਵੀ ਤੀਰ ਕਮਾਨ। ਜੇ ਤੀਰ ਕਮਾਨਾ ਹੁੰਦਾ ਤਾਂ ਰਾਮ ਲੈ ਗਿਆ ਸੀ ਸੀਤਾ ਨੂੰ, ਕਹਿੰਦਾ ਜਾ ਜੋ ਮਰਜ਼ੀ ਕਰ ਲੈ, ਮੈਂ ਨਹੀਂ ਦੇਣੀ। ਹਥਿਆਰਾਂ ਦੇ ਨਾਲ ਹੀ ਤਾਂ ਸੀਤਾ ਲਿਆਂਦੀ ਹੈ। ਜੇ ਹਨੂੰਮਾਨ ਦਾ ਗੁਰਜ ਨਾ ਹੁੰਦਾ, ਉਹਨਾਂ ਲੋਕਾਂ ਦਾ ਸਿਰ ਕੌਣ ਭੰਨਦਾ ਦੱਸੋ ਮੈਨੂੰ? ਸੀਤਾ ਦੀ ਰੱਖਿਆ ਤਾਂ ਹਥਿਆਰਾਂ ਨਾਲ ਹੀ ਹੋਈ ਆ। ਤੋ ਇਸ ਵਾਸਤੇ ਜੇ ਕ੍ਰਿਸ਼ਨ ਭਗਵਾਨ ਦੇ ਹੱਥ ਸੁਦਰਸ਼ਨ ਚੱਕਰ ਨਾ ਹੁੰਦਾ ਤੇ ਮਹਾਂਭਾਰਤ ਉਹ ਯੁੱਧ ਜਿੱਤ ਕੇ ਲੈ ਗਿਆ ਸੀ ਦੁਰਯੋਧਨ। ਆਪਦੀ ਸਕੀ ਭਰਜਾਈ ਜਿਹੜੀ ਮਾਵਾਂ ਤੋਂ ਵੱਧ ਹੁੰਦੀ ਹੈ, ਉਹਦੇ ਕੱਪੜੇ ਉਤਾਰ ਕੇ ਕਮਲੇ ਨੇ ਉਹਦੀ ਬੇਇੱਜ਼ਤੀ ਕਰਨੀ ਚਾਹੀ, ਤੇ ਆਮ ਦੁਨੀਆ ਦਾ ਉਹ ਕਿੱਥੇ ਰਖਵਾਲਾ ਬਣ ਸਕਦਾ ਸੀਗਾ? ਉਹਨੇ ਤਾਂ ਕਮਲ ਕਦਾਉਣਾ ਸੀ। ਜੇ 4 ਦਿਨ ਉਹ ਰਹਿ ਜਾਂਦਾ ਹੋਰ ਦੁਨੀਆ ਦੇ ਵਿੱਚ, ਜੇ ਭਗਵਾਨ ਕ੍ਰਿਸ਼ਨ ਇਹ ਬੀੜਾ ਨਾ ਚੁੱਕਦੇ ਤਾਂ ਉਹਨੇ ਤਾਂ ਇੱਥੇ ਝਗੜਾ ਪਾ ਕੇ ਖੜ ਜਾਣਾ ਸੀ। ਪ੍ਰਹਿਲਾਦ ਸਗੇ ਆਪਦੇ ਪੁੱਤ ਦਾ ਵੈਰੀ ਬਣ ਗਿਆ। ਜੇ ਭਗਵਾਨ ਖੁਦ ਆਪ ਨੌਂਦਰਾਂ ਦੇ ਨਾਲ ਉਹਨੇ 9 ਹੀ ਹਥਿਆਰ ਬਣਾ ਲਿਆ। ਹਥਿਆਰ ਉਹੀ ਆ ਜਿਹੜਾ ਲੋੜ ਵੇਲੇ ਕੰਮ ਆਵੇ। ਤੇ ਇਸ ਵਾਸਤੇ ਜੇ ਪ੍ਰਹਿਲਾਦ ਨੂੰ ਖਤਮ ਨਾ ਕੀਤਾ ਹੁੰਦਾ ਤਾਂ ਫਿਰ ਸੰਸਾਰ ਦੇ ਵਿੱਚ ਝਗੜਾ ਸਗੋਂ ਖੜਾ ਹੋਣਾ ਸੀ। ਦੁਸ਼ਟ ਦਮਨ ਕਲਗੀਧਰ ਮਹਾਰਾਜ ਜੀ ਦਾ ਪਹਿਲਾ ਨਾਮ ਹੈ, ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਦ ਯਾਦ ਕੀਤਾ, ਦੈਂਤਾਂ ਨੇ ਬੇਦਬੀ ਕਰਨੀ ਚਾਹੀ ਤੇ ਮਹਾਰਾਜ ਨੇ ਪ੍ਰਗਟ ਹੋ ਕੇ ਉਹਨਾਂ ਦੈਂਤਾਂ ਦਾ ਨਾਸ਼ ਕਰਨਾ ਕੀਤਾ ਤੇ ਧਰਮ ਦਾ ਰਾਜ ਸਤਿਯੁਗ ਦੇ ਵਿੱਚ ਪ੍ਰਗਟ ਕੀਤਾ। ਇੰਝ ਜੋ ਕਲਗੀਧਰ ਮਹਾਰਾਜ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਘਰ ਦੇ ਵਿੱਚ ਇਹ ਪਰੰਪਰਾਵਕ ਹਥਿਆਰ ਲਿਆਂਦੇ ਨੇ, ਤੀਰ ਕਮਾਨ, ਇਸੇ ਤਰ੍ਹਾਂ ਹੋਰ ਹਥਿਆਰ, ਕਿਰਪਾਨ ਆਦਿਕ, ਖੰਡਾ ਆਦਿਕ, ਵਰਸ਼ਾ ਆਦਿਕ। ਇਹਦੇ ਨਾਲ ਹੀ ਸੋ ਸਿੰਘ ਦੀ ਸ਼ਾਨ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਸ ਵਾਸਤੇ ਇਹੋ ਜਿਹੀ ਕਥਾ ਆਪਾਂ ਨੇ ਹਿੰਦੂਆਂ ਦੇ ਧਰਮ ਗ੍ਰੰਥਾਂ ਦੇ ਵਿੱਚੋਂ ਵੀ ਪੜ੍ਹੀ ਤੇ ਸੁਣੀ ਹੈ। 10ਵੇਂ ਗ੍ਰੰਥ ਵਿੱਚ ਵੀ 24 ਅਵਤਾਰਾਂ ਦੀ ਕਥਾ ਇਹੀ ਗੱਲਾਂ ਲਿਖੀਆਂ ਹੋਈਆਂ ਨੇ ਕਿ ਭਗਵਾਨ ਨੇ ਜਿਹੜੇ ਅਵਤਾਰ ਧਾਰੇ ਉਹ ਕਿਤੇ ਮਾਲਾ ਫੇਰਨ ਲਈ ਤਾਂ ਨਹੀਂ ਧਾਰੇ, ਕੋਈ ਭਗਤੀ ਵਾਸਤੇ ਨਹੀਂ ਧਾਰੇ, ਉਹਨੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ। ਜਬ ਜਬ ਅਰਿਸ਼ਟ ਹੋਤ ਸੰਸਾਰਾ, ਤਪ ਤਪ ਦੇਹ ਧਰਤੀ ਅਵਤਾਰਾ। ਇਹ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਗੀਤਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਅਵਤਾਰ ਰੱਖਿਅਤੀ ਅਵਤਾਰਾ, ਮਤਲਬ ਜਿਹੜਾ ਕਿਸੇ ਦੀ ਵਿਪਤਾ ਤੋਂ ਉਹਦਾ ਛੁਟਕਾਰਾ ਕਰਾਏ ਸੋ ਕਹੀਏ ਅਵਤਾਰ। ਸੰਖਾਸੁਰ ਮਾਰੇ ਵੇਦ ਉਧਾਰੇ, ਸੰਖਾਸੁਰ ਦੈਂਤ ਧਰਤੀ ਸਮੇਤ 4 ਵੇਦਾਂ ਨੂੰ ਚੁੱਕ ਕੇ ਹੇਠਾਂ 7ਵੇਂ ਪਤਾਲ ਚ ਲੈ ਗਿਆ ਸੀਗਾ। ਤੇ ਭਗਵਾਨ ਵਿਸ਼ਨੂੰ ਨੇ ਬਰਾਹ ਅਵਤਾਰ ਧਾਰਿਆ, ਯਾਨੀ ਸੂਰ ਬਣਿਆ। ਸੂਰ, ਸੂਰਾਂ ਦੇ ਅੱਗੇ ਚਿੱਟੇ ਦੰਦ ਬੜੇ ਵੱਡੇ ਹੁੰਦੇ ਹਨ। ਉਹਨਾਂ ਹੁੱਡਾਂ ਦੇ ਉੱਪਰ ਧਰਤੀ ਤੇ ਵੇਦਾਂ ਨੂੰ ਚੁੱਕ ਕੇ ਪਾਣੀ ਦੇ ਵਿੱਚ ਥਾਂ ਗਿਆ। 7ਵੇਂ ਪਤਾਲ ਚੋਂ ਸੰਖਾਸੁਰ ਨੂੰ ਉਹਦਾ ਢਿੱਡ ਢੁੱਡ ਪਾੜ ਕੇ ਚੰਗਾ ਉਹਨੂੰ ਮੱਤ ਦੇ ਕੇ ਉਹਦੇ ਤੋਂ ਖੋਹ ਕੇ ਧਰਤੀ ਦੇ ਵੇਦ ਫਿਰ ਲਿਆ ਕੇ ਪਾਣੀ ਉੱਪਰ ਸਥਾਪਨ ਕੀਤੇ। ਇਹੋ ਜਿਹੀ ਕਥਾ ਅਸੀਂ 10ਵੇਂ ਗ੍ਰੰਥ ਵਿੱਚ ਵੀ ਪੜ੍ਹੀ ਹੈ, ਰਮਾਇਣ ਵੀ ਪੜ੍ਹੀ ਹੈ ਤੇ ਗੀਤਾ ਦੇ ਵਿੱਚ ਵੀ ਪੜ੍ਹੀ ਹੈ, ਮਹਾਂਭਾਰਤ ਵੀ ਵੇਖਿਆ ਵੀ ਹੈ, ਸੁਣਿਆ ਵੀ ਹੈ ਤੇ ਪੜ੍ਹਿਆ ਵੀ ਹੈ। ਬਾਣੀ ਦੇ ਵਿੱਚ ਵੀ ਅਨੇਕਾਂ ਹੀ ਉਦਾਹਰਨਾਂ ਨੇ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ,
ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। 800 ਸਾਲ ਤੋਂ ਜਿਹੜਾ ਵੀ ਮੂੰਹ ਚੁੱਕਦਾ ਤੇ ਗਿੱਡ ਨਹੀਂ ਪੂੰਝਦਾ, ਮੂੰਹ ਚੁੱਕਦਾ ਹੀ ਅਫਗਾਨਿਸਤਾਨ ਤੋਂ, ਕਾਬਲ ਕੰਧਾਰ ਤੋਂ ਇੱਧਰ ਨੂੰ ਆ ਵੜਦਾ ਲੁੱਟ ਲੱਟ ਕੇ ਭੇਡਾਂ ਬੱਕਰੀਆਂ ਦੀ ਤਰ੍ਹਾਂ, ਜਿਸ ਤਰ੍ਹਾਂ ਬੱਕਰੀਆਂ ਨੂੰ ਅੱਗੇ ਲਾ ਲਈਦਾ, ਸਭ ਕੁਝ ਹਿੰਦੁਸਤਾਨ ਤੋਂ ਮਲੇਟ ਕੇ ਗਾਂਹ ਜਾਂਦਾ। ਖਾਲਸੇ ਨੇ ਵੇਖਿਆ ਵੀ ਚੰਗੇ ਬੰਦੇ ਨੇ, ਇੱਥੋਂ ਦੀ ਇੱਜ਼ਤ ਨੂੰ ਗਜ਼ਨੀ ਦੇ ਬਾਜ਼ਾਰਾਂ ਵਿੱਚ ਨਿਲਾਮ ਕਰਦਾ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਛੋਹਣ ਛੋਇਆ, ਹਥਿਆਰਬੰਦ ਫੌਜ ਬਣਾ ਕੇ 4 ਮਹਾਨ ਯੁੱਧ ਕਰਕੇ ਮੁਸਲਮਾਨਾਂ ਦਾ ਟਾਕਰਾ ਕਰਨਾ ਸਿਖਾਇਆ। ਕਲਗੀਧਰ ਮਹਾਰਾਜ ਜੀ ਨੇ ਇਸੇ ਹੀ ਮਿਸ਼ਨ ਨੂੰ ਅੱਗੇ ਵਧਾਇਆ। ਫਿਰ ਬੰਦਾ ਸਿੰਘ ਬਹਾਦਰ ਦੇ ਰਾਹੀਂ ਖਾਲਸਾ ਪੰਥ ਦੇ ਵਿੱਚ ਸਪਿਰਟ ਭਰੀ, ਇਹੋ ਜਿਹੀ ਸਪਿਰਟ ਜੋ ਅੱਜ ਤੱਕ ਉਹ ਦੁਨੀਆ ਯਾਦ ਕਰਦੀ ਹੈ। ਇਹੋ ਜਿਹੇ ਖਾਲਸੇ ਨੇ ਲੋਹੇ ਦੇ ਚਨੇ ਚਬਾਏ, ਉਹਨਾਂ ਦਾ ਰਾਹ ਘੇਰ ਲੈਂਦੇ, ਕਦੇ ਨਦੀਆਂ ਨਾਲੇ ਪਾਰ ਕਰਦਿਆਂ ਫੌਜ ਅੱਗੇ ਲੰਘ ਜਾਂਦੀ, ਪਿੱਛੇ ਹੱਲਾ ਕਰਕੇ ਤੇ ਹਿੰਦੂਆਂ ਦੀਆਂ ਬਹੁ ਬੇਟੀਆਂ ਖਜ਼ਾਨਾ ਛਡਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਂਦੇ। ਇੰਜ ਇਹ ਕਲਗੀਧਰ ਮਹਾਰਾਜ ਜੀ ਨੇ ਜ਼ਫਰਨਾਮੇ ਵਿੱਚ ਲਿਖਿਆ ਕਿ ਹੀ ਔਰੰਗਜ਼ੇਬ ਮੇਰੇ ਪੁੱਤ ਮਾਰ ਕੇ ਤੂੰ ਇਹ ਨਾ ਸਮਝੀ ਵੀ ਮੈਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਮਾਰ ਦਿੱਤਾ, ਉਹ ਤਾਂ ਸ਼ਹੀਦੀ ਪ੍ਰਾਪਤ ਕਰ ਗਏ, ਉਹਨਾਂ ਦੇ ਖੂਨ ਦਾ ਕਤਰਾ ਕਤਰਾ ਇਹਨਾਂ ਦੇ ਵਿੱਚ ਜਾਨ ਪਰੇਗਾ। ਅਜੇ ਕੁੰਡਲੀਆ ਸਾਹਿਬ ਖਾਲਸਾ ਪੁੱਤ ਮੇਰਾ ਜਿਉਂਦਾ, ਜਿੱਥੇ ਤੂੰ ਖੜਾ ਹੋਏਗਾ ਤੇਰੇ ਪੈਰਾਂ ਹੇਠ ਅੱਗ ਦੀ ਅੰਗਿਆਰ ਬਾਲ ਦੇਵੇਗਾ, ਤੈਨੂੰ ਖੜਨ ਨਹੀਂ ਦੇਵੇਗਾ। ਜਿੱਥੇ ਤੂੰ ਸੌਵੇਂਗਾ ਤੇਰੀ ਸੇਜਾਂ ਦੇ ਉੱਪਰ ਕੰਡੇ ਖਿਲਾਰ ਦੇਵੇਗਾ, ਤੈਨੂੰ ਸੁੱਖ ਦੀ ਨੀਂਦੇ ਸੌਣ ਨਹੀਂ ਦੇਵੇਗਾ। ਸੋ ਇਸ ਵਾਸਤੇ ਵਧਾ ਘਟਾ ਦੁਨੀਆ ਵਿੱਚ ਚੱਲਦਾ ਰਹਿੰਦਾ ਹੈ, ਪਰ ਜਿੱਤ ਜਿਹੜੀ ਹੈ ਹਮੇਸ਼ਾ ਸੱਚ ਦੀ ਹੁੰਦੀ ਹੈ। ਸੱਚੋਂ ਉਹ ਰਹਿ ਸਭ ਕੋ ਉੱਪਰ ਸੱਚ ਅਚਾਰ। ਜਿਹੜਾ ਬੰਦਾ ਧਰਮੀ ਹੈ, ਸੱਚ ਦੇ ਉੱਪਰ ਚੱਲਦਾ, ਉਹਦੀ ਹਮੇਸ਼ਾ ਚੜ੍ਹਦੀ ਕਲਾ। ਵਾਹਿਗੁਰੂ ਵੀ ਧਰਮ ਤੇ ਸੱਚ ਦਾ ਸਾਥ ਦਿੰਦਾ ਹੈ। ਇਸ ਲਈ ਪਾਤਸ਼ਾਹ ਫਰਮਾਉਂਦੇ ਨੇ ਕਥਾ ਪੁਰਾਤਨ, ਕਥਾ ਪੁਰਾਤਨ ਆਓ ਸੁਣੀ। ਜੋ ਪੁਰਾਣੇ ਸਮੇਂ ਸਤਿਯੁਗ, ਤ੍ਰੇਤਾ, ਦੁਆਪਰ ਆਦਿਕ ਦੀ ਕਥਾ ਇੰਜ ਸੁਣੀ ਹੈ। ਭਗਤਨ ਕੀ ਬਾਣੀ, ਭਗਤ ਜਨਾਂ ਦੀ ਬਾਣੀ ਬਚਨਾਂ ਦੀ ਰਾਹੀਂ ਆਪਾਂ ਨੇ ਕਥਾ ਸੁਣੀ ਹੈ। ਸੁਣ ਸਾਖੀ ਮਨ ਜਪ ਪਿਆਰ, ਅਜਾਮਨ ਉਧਰਿਆ ਕਹਿ ਇੱਕ ਬਾਰ। ਬਾਲਮੀਕਿਆ ਹੁਆ ਸਾਧ ਸੰਗ, ਧਰੂ ਕੋ ਮਿਲਿਆ ਹਰ ਨਸੰਗ। ਸੋ ਇੰਜ ਇਹ ਸਾਖੀਆਂ ਲਿਖੀਆਂ ਹੋਈਆਂ ਨੇ। ਨਾਮਦੇਵ ਦੀ ਕਥਾ ਉਹਨਾਂ ਦੀ ਬਾਣੀ ਵਿੱਚ ਹੈ। ਤੋ ਜਿਨ੍ਹਾਂ ਨੇ ਜਿਹੜਾ ਸਲੇਮ ਬਾਦਸ਼ਾਹ ਸੀ, ਉਹਨੇ ਹੁਕਮ ਕੀਤਾ ਕਿ ਮਰੀ ਗਾਂ ਜਿਉਂਦੀ ਕਰ ਦੇ ਤੇ ਨਾ ਤਰ ਗਰਦਨ ਮਾਰੋਂ ਉਠਾਏ। ਤਾਂ ਉਸ ਵਕਤ ਨਾਮਦੇਵ ਨੇ ਵਾਹਿਗੁਰੂ ਨੂੰ ਯਾਦ ਕੀਤਾ ਤੇ ਪਰਮਾਤਮਾ ਨੇ ਮਰੀ ਗਾਂ ਜਿਉਂਦੀ ਕਰ ਦਿੱਤੀ। ਨਾਮਾ ਪਰਣਮੈ ਸੇਲ ਮਸੇਲ, ਗਊ ਦੁਹਾਰੀ ਬਸ਼ਰਾ ਮੇਲ। ਤੇ ਉਸ ਵਕਤ ਜਿਹੜਾ ਰਾਜਾ ਸੀਗਾ ਆਪਦੀ ਮਹਿਲਾਂ ਵਿੱਚ ਜਾ ਕੇ ਸੌਂ ਗਿਆ ਤੇ ਦੁੱਧ ਦੋਹੇ ਜਾਂ ਮਟਕੀ ਭਰੀ, ਲੈ ਬਾਦਸ਼ਾਹ ਕੀ ਆ ਗਿਆ ਧਰੀ। ਬਾਦਸ਼ਾਹ ਮਹਿਲ में ਜਾਏ, ਉਹਨੇ ਨਾਮਦੇਵ ਨੂੰ ਛੱਡਿਆ ਹੀ ਨਹੀਂ। ਫਿਰ ਰੱਬ ਨੇ ਇਹੋ ਜਿਹਾ ਉਹਦੇ ਸੂਲ ਉਠਾਇਆ, ਕਿਉਂਕਿ ਨਾਮਦੇਵ ਨੇ ਬੇਨਤੀ ਕੀਤੀ ਵੀ ਆਪਾਂ ਇਹਨਾਂ ਨੂੰ ਕਹਿਣਾ ਕੁਛ ਨਹੀਂ ਹੈ। ਮਹਾਰਾਜ ਨੇ ਆਖਿਆ ਸੀ ਵੀ ਇਹਨਾਂ ਨੂੰ ਮਾਰਦੇ ਆ। ਜਿੰਨੀ ਧਰਤੀ ਹੈ ਮੁਸਲਮਾਨਾਂ ਦੀ ਮੈਂ ਲਾਹੌਰ ਤੇ ਦਿੱਲੀ ਦੀ ਗਰਕ ਕਰਦੇ ਆ। ਨਾਮਦੇਵ ਕਹਿਣ ਲੱਗਾ ਨਹੀਂ ਮਹਾਰਾਜ, ਏਡਾ ਵੱਡਾ ਪਾਪ ਨਹੀਂ ਕਰਨਾ ਆਪਾਂ, ਸਾਰਾ ਮੇਰੇ ਸਿਰ ਚੜੂਗਾ ਤੇ ਤੂੰ ਮਰੀ ਗਾਂ ਜਿਉਂਦੀ ਕਰ ਦੇ, ਬਸ ਇੰਨੀ ਬੇਨਤੀ ਹੈ। ਉਹ ਮਰੀ ਗਾਂ ਜਿਉਂਦੀ ਕਰਨ ਤੋਂ ਬਾਅਦ ਵੀ ਜਦ ਬਾਦਸ਼ਾਹ ਨੇ ਛੱਡਿਆ ਤਾਂ ਵਾਹਿਗੁਰੂ ਭਾਵੇਂ ਮਾਰ ਵੀ ਸਕਦਾ ਸੀ, ਪਰ ਨਾਮਦੇਵ ਨੇ ਬੇਨਤੀ ਕੀਤੀ ਵੀ ਰਾਜੇ ਨੂੰ ਕੁਛ ਨਹੀਂ ਕਹਿਣਾ। ਫਿਰ ਉਹਦੇ ਢਿੱਡੀਆਂ ਪੀੜਾਂ ਪਾਈਆਂ, ਸੂਲ ਉੱਠਿਆ, ਉਹ ਅਨੇਕਾਂ ਦਵਾਈਆਂ ਤੋਂ ਸਹੀ ਨਾ ਹੋਇਆ। ਤੇ ਜਿਸ ਵਕਤ ਪੇਟ ਦਰਦ ਖਤਮ ਨਾ ਹੋਈ ਤਾਂ ਮੁੜ ਕੇ ਇਹਨੂੰ ਯਾਦ ਆਇਆ ਵੀ ਮੈਂ ਭਗਤ ਨਾਮਦੇਵ ਨੂੰ ਕੈਦ ਕੀਤਾ ਹੋਇਆ, ਇਸ ਕਰਕੇ ਹੀ ਮੇਰੇ ਪੇਟ ਦਰਦ ਹੋ ਰਹੀ ਹੈ। ਆ ਕੇ ਨਾਮਦੇਵ ਦੇ ਪੈਰੀਂ ਪੈ ਗਿਆ, ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਜਿਵੇਂ ਹਿੰਦੂ ਗਾਂ ਨੂੰ ਮਾਤਾ ਸਮਝਦੇ ਨੇ,
ਉਹਦੀ ਪੂਜਾ ਕਰਦੇ ਨੇ। ਤੂੰ ਮੈਨੂੰ ਵੀ ਇੱਕ ਆਪਦੀ ਗਾਂ ਸਮਝ ਕੇ ਤੇ ਮੇਰੇ ਤੇ ਤਰਸ ਕਰ, ਮੈਂ ਨਹੀਂ ਤਾਂ ਮਰ ਜਾਣਾ ਹੀ ਹੋ, ਮੇਰੇ ਢਿੱਡ ਪੀੜ ਠੀਕ ਕਰ ਦੇ। ਤਾਂ ਨਾਮਦੇਵ ਨੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਇਹਦੀ ਪੇਟ ਦਰਦ ਸਹੀ ਕਰ ਦੇ। ਜਿਸ ਵਕਤ ਰਾਜੇ ਨੇ ਨਾਮਦੇਵ ਨੂੰ ਆਜ਼ਾਦ ਕੀਤਾ ਤਾਂ ਨਾਮਦੇਵ ਦੀ ਕਿਰਪਾ ਨਾਲ ਸਾਧ ਸੰਗਤ ਜੀ ਰਾਜੇ ਦੀ ਪੇਟ ਦਰਦ ਸਹੀ ਹੋਈ। ਇੰਜ ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਨਾਮਦੇਵ ਦੀ ਰੱਖਿਆ ਹੋਈ। ਇਸੇ ਤਰ੍ਹਾਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਤਨ ਨ ਡਿਗੇ ਮਨ ਕਾਹੇ ਕੋ ਡਰਾਏ। ਹੇ ਸਿਕੰਦਰ ਬਾਦਸ਼ਾਹ, ਮੇਰਾ ਮਨ ਤਾਂ ਡਿੱਗਦਾ ਨਹੀਂ, ਤੂੰ ਮੇਰੇ ਸਰੀਰ ਨੂੰ ਕੀ ਡਰਾ ਰਿਹਾ। ਗੰਗਾ ਦੀਆਂ ਡੂੰਘੀਆਂ ਲਹਿਰਾਂ ਸੁੱਟੀਆਂ, ਉੱਥੇ ਮ੍ਰਿਗਸ਼ਾਲਾ ਵਿਛਾ ਕੇ ਕਬੀਰ ਜੀ ਨੂੰ ਬੇੜੀ ਦੀ ਤਰ੍ਹਾਂ ਉੱਤੇ ਬਿਠਾ ਕੇ ਮਹਾਰਾਜ ਨੇ ਕਿਨਾਰੇ ਤੇ ਲਾ ਦਿੱਤਾ। ਤੋ ਕਬੀਰ ਜੀ ਨੇ ਵੀ ਬੇਨਤੀ ਕੀਤੀ ਵੀ ਆਪਾਂ ਇਹਨਾਂ ਨੂੰ ਕਹਿਣਾ ਕੁਛ ਨਹੀਂ ਹੈ। ਤੋ ਇੰਜ ਇਹ ਜਿਹੜੀਆਂ ਸਾਖੀਆਂ ਭਗਤਾਂ ਦੀ ਰਕਸ਼ਾ ਵਾਲੀਆਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਾਂ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇਹ ਬਾਣੀ ਦੇ ਵਿੱਚ ਵੀ ਲਿਖੀਆਂ ਹੁੰਦੀਆਂ ਨੇ, ਭਗਤਾਂ ਦੀ ਬਾਣੀ ਵਿੱਚ ਵੀ ਵਿਸ਼ੇਸ਼ ਕਰਕੇ ਹਨ। ਆਪਾਂ ਨੇ ਮੈਂ ਸਭ ਤੋਂ ਪਹਿਲਾਂ ਭਗਤਮਾਲ ਪੜ੍ਹੀ, ਗੁਰਬਾਣੀ ਪੜ੍ਹਨ ਤੋਂ ਪਹਿਲਾਂ ਭਗਤਮਾਲ ਪੜ੍ਹੀ। ਉਹ ਇੱਕ ਇੱਕ ਪੰਕਤੀ 'ਤੇ ਜਿਵੇਂ ਜਿਵੇਂ ਭਗਤਾਂ ਨੇ ਬਾਣੀ ਲਿਖੀ ਹੈ ਉਹ ਸਾਰੀਆਂ ਸਾਖੀਆਂ ਉਹਦੇ ਵਿੱਚ ਦਰਜ ਹਨ। ਇਹ ਭਗਤਾਂ ਦੀ ਬਾਣੀ ਦੇ ਰਾਹੀਂ ਆਪਾਂ ਪਹਿਲਾਂ ਸਾਖੀਆਂ ਪੜ੍ਹੀਆਂ ਨੇ, ਫਿਰ ਮਹਾਰਾਜ ਨੇ ਕਥਾ ਦੀ ਬਖਸ਼ਿਸ਼ ਕੀਤੀ ਹੈ। ਇਹ ਪੁਰਾਣੀਆਂ ਸਾਖੀਆਂ ਭਗਤਾਂ ਦੀ ਬਾਣੀ ਵਿੱਚ ਗ੍ਰੰਥਾਂ ਦੇ ਵਿੱਚ ਲਿਖੀਆਂ ਹਨ। ਸਗਲ ਦੁਸ਼ਟ ਖੰਡ ਖੰਡ ਕੀਏ, ਜਿਹੜੇ ਅੱਜ ਕੱਲ ਕਾਲਜੀਏਟ ਕਥਾਵਾਚਕ ਹਨ, ਸਕੂਲਾਂ ਕਾਲਜਾਂ ਤੋਂ ਪੜ੍ਹੇ ਹੋਏ, ਉਹ ਸਾਖੀ ਸੁਣਾਉਣ ਦੀ ਵਿਰੋਧਤਾ ਕਰਦੇ ਨੇ। ਪਰ ਸਾਨੂੰ ਮਹਾਂਪੁਰਖਾਂ ਨੇ ਸਿਖਾਇਆ ਹੈ ਕਿ ਜਦ ਆਪਾਂ ਕਥਾ ਵਿੱਚ ਕੋਈ ਸਾਖੀ ਸੁਣਾਉਂਦੇ ਹਾਂ ਤਾਂ ਮਨ ਵਿੱਚ ਭਰੋਸਾ ਵੱਜਦਾ ਹੈ, ਨਿਸ਼ਚਾ ਵੱਜਦਾ ਹੈ, ਮਨ ਦ੍ਰਿੜ ਹੁੰਦਾ ਹੈ, ਸਾਡਾ ਮਨ ਸ਼ਰਧਾ ਸੰਯੁਕਤ ਹੋਵੇ। ਸਾਖੀ ਸੁਣਾਉਣ ਦਾ ਇਹੀ ਭਾਵ ਹੁੰਦਾ ਹੈ ਕਿ ਵੇਖੋ ਪ੍ਰਹਿਲਾਦ ਨੇ ਨਾਮ ਜਪਿਆ, ਵਾਹਿਗੁਰੂ ਜੀ ਨੇ ਪ੍ਰਗਟ ਹੋ ਕੇ ਰੱਖਿਆ ਕੀਤੀ। ਜਿਸ ਗੱਲ ਦਾ ਪਤਾ ਹੋਊਗਾ ਤਾਂ ਮਨ 'ਚ ਭਰੋਸਾ ਹੋਊਗਾ ਕਿ ਸਾਡੀ ਵੀ ਮਹਾਰਾਜ ਜ਼ਰੂਰ ਰਕਸ਼ਾ ਕਰੇਗਾ। ਤੋ ਇਸ ਲਈ ਦ੍ਰੋਪਦੀ ਦੀ ਰੱਖਿਆ ਹੋਈ, ਇਹ ਵੀ ਬਾਣੀ ਵਿੱਚ ਲਿਖਿਆ ਹੋਇਆ ਹੈ। ਤੇ ਇੰਜ ਭਰੋਸਾ ਵੱਜਦਾ, ਸ਼ਰਧਾ ਵੱਜਦੀ ਹੈ। ਸਾਖੀ ਸੁਣਾਉਣ ਦਾ ਕੋਈ ਹਰਜ ਨਹੀਂ ਹੈ, ਹੋਵੇ ਇਤਿਹਾਸ ਵਿੱਚੋਂ ਬਾਣੀ ਦੇ ਮੁਤਾਬਕ, ਆਪਦੇ ਚੁਟਕਲੇ ਜਾਂ ਮਨ ਘੜਤ ਸਟੋਰੀਆਂ ਨਾ ਹੋਣ। ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਨੇ ਸਾਖੀਆਂ ਦੇ ਵਿੱਚ ਦਰਸਾਇਆ ਕਿ ਖੋਟੇ ਪੁਰਸ਼ ਟੋਟੇ ਟੋਟੇ ਕਰਕੇ ਆਪਾਂ ਨੇ ਸੁੱਟ ਦਿੱਤੇ। ਜਾਣ ਲਈਏ ਮਾਨੀ, ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਤੇ ਵਾਹਿਗੁਰੂ ਦਾ ਭਗਤ ਇੱਕ ਪਾਸੇ ਖੜਾ ਹੋਵੇ, ਮਹਾਰਾਜ ਆਪਦੇ ਭਗਤ ਦੀ ਗੱਲ ਮੰਨੂਗਾ, ਦੁਨੀਆ ਤੇ ਵਿਸ਼ਵਾਸ ਨਹੀਂ ਕਰੂਗਾ। ਕਿਉਂਕਿ ਦੁਨੀਆ ਦਾ ਝੂਠ ਦੀ ਪੱਥੀ ਹੋਈ ਹੈ, ਪਤਾ ਹੀ ਨਹੀਂ ਲੋਕਾਂ ਦਾ ਵੀ ਇਹ ਸੱਚ ਬੋਲਦੇ ਨੇ ਝੂਠ ਬੋਲਦੇ ਨੇ। ਪਰ ਜਿਹੜਾ ਮਹਾਰਾਜ ਦਾ ਸੰਤ ਹੈ, ਮਹਾਰਾਜ ਦਾ ਭਗਤ ਹੈ, ਪੁਰਾਣਾ ਸਮਾਂ ਸੀਗਾ, ਸਿੱਖ ਭਾਵੇਂ ਮੁਸਲਮਾਨ ਇਹਨਾਂ ਨੂੰ ਆਪਦੇ ਦੁਸ਼ਮਣ ਸਮਝਦੇ, ਇਹਨਾਂ ਦਾ ਕਤਲੇਆਮ ਕਰਦੇ, ਪਰ ਜੇ ਕਦੇ ਕੋਰਟ ਕਚਹਿਰੀ 'ਚ ਸਿੱਖ ਬੋਲ ਦਿੰਦਾ, ਕੋਈ ਗਵਾਹੀ ਦਿੰਦਾ, ਉਹਦੀ ਗਵਾਹੀ 100% ਸਹੀ ਮੰਨੀ ਜਾਂਦੀ ਸੀ। ਇੰਨਾ ਸਿੱਖ ਤੇ ਵਿਸ਼ਵਾਸ ਸੀਗਾ ਵੀ ਸਿੱਖ ਝੂਠ ਨਹੀਂ ਬੋਲਦਾ। ਪਰ ਅੱਜ ਕੱਲ੍ਹ ਸਾਡਾ ਬੇੜਾ ਬਹਿ ਗਿਆ, ਅਸੀਂ ਆਪਦੀ ਇੱਜ਼ਤ ਨੂੰ ਆਪ ਹੀ ਗਵਾ ਬੈਠੇ ਹਾਂ। ਬਾਹਰਲੇ ਲੋਕ ਪਹਿਲਾਂ ਵਿਸ਼ਵਾਸ ਕਰਦੇ ਸੀਗੇ, ਆਪਾਂ ਝੂਠ ਬੋਲ ਬੋਲ ਕੇ ਆਪਦੇ ਬੱਚੇ ਆਪ ਬਾਹਰ ਗਏ ਆ, ਬੱਚਿਆਂ ਨੂੰ ਬਾਹਰ ਭੇਜਿਆ। ਹੁਣ ਵਿਸ਼ਵਾਸ ਕਰਨੋਂ ਸੱਚੇ ਬੰਦੇ 'ਤੇ ਵੀ ਭਰੋਸਾ ਨਹੀਂ ਕਰਦੇ, ਹਟ ਗਏ ਨੇ। ਤੋ ਜੰਮਦਾ ਬੱਚਾ ਵੀ ਝੂਠ ਬੋਲਣ ਦੀ ਜਾਚ ਪਤਾ ਨਹੀਂ ਕਿੱਥੋਂ ਸਿੱਖ ਲੈਂਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸੇਵਕ ਨੇ
ਅਸਲੀ ਗੁਰਸਿੱਖ ਨੇ, ਉਹਨਾਂ ਨੂੰ ਮਹਾਰਾਜ ਦਾ ਹੁਕਮ ਹੈ, ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ, ਜੋ ਗੁਰ ਦੱਸੈ ਵਾਟ, ਮੁਰੀਦਾਂ ਜੋਲੀ ਹੈ। ਇਹ ਆਪਦੇ ਸੇਵਕਾਂ ਦੀ ਗੱਲ ਮਹਾਰਾਜ ਨੇ ਮੰਨ ਲਈ ਹੈ। ਭਾਵ ਸੇਵਕਾਂ ਨੂੰ ਆਦਰ ਭਾਵ ਦਿੱਤਾ ਹੈ, ਪਤਾ ਹੈ ਕਿ ਸੇਵਕ ਨੇ ਗਲਤ ਕਰਮ ਨਹੀਂ ਕਰਨਾ ਹੈ। ਸਤ ਬਚਨ ਨਾਨਕ ਕਾਹੈ, ਸਤਿਗੁਰੂ ਮਹਾਰਾਜ ਫਰਮਾਉਂਦੇ ਕਿ ਅਸੀਂ ਸੱਚੇ ਬਚਨ ਕਹਿੰਦੇ ਹਾਂ। ਪ੍ਰਗਟ ਸਭ ਮਾਹੇ, ਇਹ ਬਚਨ ਸਾਰੀ ਸ੍ਰਿਸ਼ਟੀ ਵਿੱਚ ਹੀ ਪ੍ਰਤੱਖ ਹਨ। ਪ੍ਰਭ ਕੇ ਸੇਵਕ ਸਰਣ ਪ੍ਰਭ, ਕਿ ਪਰਮਾਤਮਾ ਦੇ ਸੇਵਕ ਦਾਸ ਪਰਮਾਤਮਾ ਦੀ ਓਟ ਵਿੱਚ ਪਏ ਰਹਿੰਦੇ ਹਨ। ਤੈਨ ਕੋ ਪਉ ਨਾਹੀ, ਜਿਹੜਾ ਬੱਚਾ ਮਾਂ ਦੀ ਗੋਦ ਵਿੱਚ ਹੈ, ਮਾਂ ਦੇ ਆਸਰੇ ਹੀ ਅਧੀਨ ਹੈ, ਬੱਚਾ ਭਾਵੇਂ ਨਿਰਬਲ ਹੈ ਪਰ ਆਪਦੀ ਮਾਂ ਦੇ ਆਸਰੇ ਜੋ ਹੈ, ਮਾਂ ਨਹੀਂ ਉਹਨੂੰ ਕੁਝ ਹੋਣ ਦਿੰਦੀ। ਤੇ ਮਨੁੱਖਾ ਜੂਨ ਦੇ ਵਿੱਚ ਤਾਂ ਭਲਾ ਐਸਾ ਹੈ ਹੀ। ਆ ਜਿਹੜੇ ਬਾਂਦਰ, ਬਿੱਲੇ, ਕੁੱਤੇ ਆਦਿਕ ਨੇ, ਦੂਜੀਆਂ ਜੂਨਾਂ ਨੇ, ਉਹ ਵੀ ਆਪਦੇ ਬੱਚਿਆਂ ਨੂੰ ਇੰਨਾ ਮੋਹ ਕਰਦੇ। ਬਈ ਇੱਕ ਵਾਰੀ ਮੇਰੇ ਸਿਰ ਦੇ ਵਿੱਚ ਦਸਤਾਰ ਬੰਨੀ ਹੋਈ, ਮਹਾਰਾਜ ਦੀ ਕਿਰਪਾ ਨਾਲ, ਦਸਤਾਰ ਨਾ ਹੁੰਦੀ ਤਾਂ ਮੈਂ ਗਿਆ ਸੀਗਾ ਉੱਧਰਲੇ ਪਾਸੇ ਮੋਹਾਲੀ ਵਾਲੀ ਸਾਈਡ, ਮੋਟਰਸਾਈਕਲ ਪਾਰਕਿੰਗ 'ਚ ਲਾ ਕੇ ਉਹ ਦਰਖਤ ਮਾੜੇ ਕਰਮਾਂ ਨੂੰ ਉੱਥੇ ਲਾਇਆ ਜਿੱਥੇ ਕਿਸੇ ਪੰਛੀ ਦਾ ਆਲਣਾ ਸੀਗਾ। ਮੇਰੇ ਸਿਰ 'ਚ ਇਹੋ ਜਿਹੀ ਉਹਨੇ ਚੁੰਝ ਮਾਰੀ ਕਾਂ ਨੇ, ਅਤੇ ਮੈਂ ਤਾਂ ਬੌਂਦਲ ਗਿਆ। ਕਥਾ ਕਰਨ ਆ ਰਿਹਾ ਸੀ, ਮੈਂ ਅੱਗੇ ਪਿੱਛੇ ਵੇਖਿਆ, ਮੈਂ ਕਿਹਾ ਇਹਨੂੰ ਕੀ ਹੋਇਆ। ਉਹ ਬਾਅਦ 'ਚ ਮੈਂ ਕਈਆਂ ਨੂੰ ਦੱਸਿਆ, ਮੈਨੂੰ ਸਮਝ ਨਾ ਆਏ। ਉਹਨਾਂ ਮੈਨੂੰ ਸਮਝਾਇਆ ਵੀ ਉੱਥੇ ਆਲਣਾ ਹੋਊਗਾ, ਉਹਦੇ ਬੱਚੇ ਹੋਣਗੇ। ਅਤੇ ਇਸ ਵਾਸਤੇ ਅੱਗਾ ਪਿੱਛਾ ਵੇਖ ਕੇ ਫੇਰ ਚੱਲੀਦਾ। ਆ ਜਿਹੜੇ ਕੁੱਤੇ ਬਿੱਲੇ ਨੇ, ਰਾਹ ਜਾਂਦਿਆਂ ਨੂੰ ਉਹੀ ਤੁਹਾਨੂੰ ਬੋਲਣ ਲੱਗ ਪੈਣਗੇ, ਸਮਝ ਨਹੀਂ ਆਉਂਦੀ ਵੀ ਇਹ ਬੋਲਦੇ ਕਿਉਂ ਨੇ। ਫਿਰ ਪਤਾ ਲੱਗਦਾ ਵੀ ਇਹਨਾਂ ਦੇ ਇੱਥੇ ਨਿਆਣੇ ਹਨ। ਅਤੇ ਇਸ ਵਾਸਤੇ ਆਪ ਤੋਂ ਵੱਡਿਆਂ ਦੇ ਨਾਲ ਉਹ ਆਡਾ ਲੈ ਲੈਂਦੇ ਨੇ ਆਪਦੇ ਬੱਚਿਆਂ ਦੀ ਰੱਖਿਆ ਵਾਸਤੇ। ਇਉਂ ਜਿਹੜਾ ਪਰਮਾਤਮਾ ਹੈ ਉਹਦੀ ਐਸੀ ਕਿਰਪਾ ਹੈ, ਜਿਹੜਾ ਉਹਦਾ ਬੱਚਾ ਬਣ ਜਾਂਦਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਕਲਗੀਧਰ ਜੀ ਨੇ ਸਾਨੂੰ ਅੰਮ੍ਰਿਤ ਛਕਾ ਕੇ ਸਿੰਘ ਸਿੰਘਣੀਆਂ ਆਪਦੇ ਬੱਚੇ ਬੱਚੀਆਂ ਬਣਾਇਆ, ਆਪਦੇ ਬੱਚੇ ਸ਼ਹੀਦ ਕਰਾ ਕੇ ਸਾਡੀਆਂ ਮਾਤਾਵਾਂ ਨੂੰ ਆਖਿਆ ਵੀ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਜਿਹੜਾ ਮਹਾਰਾਜ ਦਾ ਅੰਮ੍ਰਿਤ ਛਕਦਾ, ਮਹਾਰਾਜ ਦੀ ਬਾਣੀ ਦਾ ਨਿਤਨੇਮ ਕਰਦਾ, ਕਲਗੀਧਰ ਨੂੰ ਆਪਦਾ ਪਿਤਾ ਮੰਨਦਾ ਹੈ, ਔਖੀ ਵੇਲੇ ਮਹਾਰਾਜ ਉਹਦੀ ਬਾਂਹ ਫੜਦਾ ਹੈ। ਔਖੀ ਘੜੀ ਨਾ ਦੇਖਣ ਦੇ, ਵੇਖਣੀਓ ਹੀ ਨਹੀਂ ਦਿੰਦਾ। ਸਾਰੀਆਂ ਬਦਬਲਾਵਾਂ ਆਸੇ ਪਾਸੇ ਉੱਤੋਂ ਦੀ ਲੰਘਾ ਦਿੰਦਾ। ਐਸਾ ਮਹਾਰਾਜ ਦਾ ਸੁਭਾਅ ਹੈ। ਜਿਹੜਾ ਸੇਵਕ ਪਰਮਾਤਮਾ ਦੀ ਸ਼ਰਨ ਵਿੱਚ ਹੈ, ਉਹਨੂੰ ਕਿਸੇ ਦਾ ਕੋਈ ਵੀ ਡਰ ਨਹੀਂ ਹੈ। ਸੋਰਠ ਮਹੱਲਾ ਪੰਜਵਾ। ਪ੍ਰਭ ਕੀ ਸਰਣ ਸਗਲ ਭੈ ਲਾਤੇ, ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਮਰਨਾ ਤਾਂ ਇੱਕੋ ਦੇਣੀ ਹੈ, ਤੇ ਪਰ ਮਹਾਰਾਜ ਦੇ ਪਿਆਰੇ ਮੌਤ ਤੋਂ ਨਹੀਂ ਡਰਦੇ। ਆ ਸਾਹਿਬਜ਼ਾਦੇ ਵੇਖੋ ਅੱਜ ਤੱਕ ਜਕਾਰੇ ਛੱਡਦੇ ਤੁਹਾਨੂੰ ਦਿਖਣਗੇ, ਕਿਉਂਕਿ ਉਹ ਡਰੇ ਨਹੀਂ। ਕੋਈ ਤਰਲਾ ਨਹੀਂ ਮਾਰਿਆ, ਕੋਈ ਹਾਏ ਨਹੀਂ, ਕੋਈ ਸੀ ਨਹੀਂ, ਜਕਾਰੇ ਛੱਡਦੇ, ਸਰੀਰ ਤਿਆਗ ਗਏ। ਬੰਦਾ ਸਿੰਘ ਬਹਾਦਰ ਨੂੰ ਫਰਖਸੀਰ ਨੇ ਪੁੱਛਿਆ ਵੀ ਤੂੰ ਵੱਡਾ ਬਣਿਆ ਫਿਰਦਾ ਸੀਗਾ। ਮੈਂ ਬੜਾ ਸਿੱਖ ਹਾਂ ਜੀ, ਆ ਮੇਰੇ 'ਚ ਤਾਕਤਾਂ ਨੇ। ਦੱਸ ਕਿੱਥੇ ਗਏ ਤੇਰੇ ਤੀਰ? ਦੱਸਦਾ ਕਿਉਂ ਨਹੀਂ ਹੋਇਆ? ਹੁਣ ਮੈਂ ਤੈਨੂੰ ਸੰਗਲਾਂ ਦੇ ਨਾਲ ਜਕੜਿਆ ਹੋਇਆ, ਦੱਸ ਕੀ ਕਰ ਸਕਦਾ ਤੂੰ? ਕਹਿਣ ਲੱਗਾ ਵੀ ਮੈਂ ਆਪਦੇ ਗੁਰੂ ਦੇ ਹੁਕਮ ਤੋਂ ਥਿੜਕ ਗਿਆ ਹਾਂ, ਤਾਂ ਮੇਰੀ ਇਹ ਹਾਲਤ ਹੋਈ ਹੈ। ਤੇ ਤੂੰ ਜੋ ਮਰਜ਼ੀ ਕਰ ਲੈ, ਮੈਂ ਤੇਰੇ ਸਾਹਮਣੇ ਬੈਠਾ, ਕੋਈ ਹਾਏ ਨਹੀਂ, ਕੋਈ ਓਏ ਨਹੀਂ, ਕੋਈ ਸੀ ਨਹੀਂ, ਜਿਸ ਤਰ੍ਹਾਂ ਮਰਜ਼ੀ ਮਾਰ ਦੇ, ਪਰ ਆਪਦੀ ਸਿੱਖੀ ਤੋਂ ਨਹੀਂ ਮੈਂ ਮੁਨਕਰ ਹੋਵਾਂਗਾ। ਗੁਰੂ ਦੀ ਸਿੱਖੀ ਮੈਂ ਕੇਸਾਂ ਸਵਾਸਾਂ ਸੰਗ ਸਾਬਤ ਨਿਭਾਊਂਗਾ। ਕਹਿੰਦਾ ਦੱਸ ਫਿਰ ਮੈਂ ਹੁਣ ਤੈਨੂੰ ਮਾਰਨਾ ਚਾਹੁੰਦਾ, ਤੂੰ ਕਿਹੜੀ ਮੌਤ ਪਸੰਦ ਕਰਦਾ, ਮੈਂ ਉਸੇ ਮੌਤ ਮਾਰਾਂ। ਤਾਂ ਬੰਦਾ ਸਿੰਘ ਬਹਾਦਰ ਨੇ ਕੋਈ ਡਰ ਡੁੱਕਰ ਨਹੀਂ, ਨਿਰਭੈ ਹੋ ਕੇ ਬੋਲਿਆ,
ਕਹਿਣ ਲੱਗਾ ਤੂੰ ਵੱਧ ਤੋਂ ਵੱਧ ਮਾਰ ਹੀ ਦੇਗਾ, ਜੋ ਮਰਜ਼ੀ ਕਰ ਲਾ, ਪਰ ਪੁੱਤ ਮੈਂ ਨਹੀਂ ਤੈਨੂੰ ਦੱਸਣਾ ਵੀ ਮੈਂ ਕਿਹੜੀ ਮੌਤ ਪਸੰਦ ਕਰਦਾ। ਜਿਹੜੀ ਮੌਤ ਤੈਨੂੰ ਪਸੰਦ ਹੈ ਤੂੰ ਉਸੇ ਮੌਤ ਮੈਨੂੰ ਮਾਰ, ਕਿਉਂਕਿ ਖਾਲਸਾ ਅਜੇ ਜਿਉਂਦਾ ਹੈ ਔਰ ਤੇਰੇ ਤੋਂ ਲੇਖਾ ਲਊਗਾ। ਜਿਹੜੀ ਮੌਤ ਤੂੰ ਮੈਨੂੰ ਮਾਰੇਗਾ ਉਹਦੇ ਨਾਲੋਂ ਭੈੜੀ ਮੌਤ ਤੈਨੂੰ ਖਾਲਸਾ ਮਾਰੂਗਾ। ਇਹ ਗੱਲ ਤੂੰ ਇੱਕ ਮਨ ਦੇ ਵਿੱਚ ਧਾਰਨ ਕਰ ਲਈ। ਬੰਦਾ ਜ਼ੁਲਮ ਕਰ ਦਿੰਦਾ ਅੱਖਾਂ ਬੰਦ ਕਰਕੇ, ਪਰ ਜਦ ਭੋਗਣਾ ਪੈਂਦਾ ਫਿਰ ਔਖਾ ਹੁੰਦਾ। ਬੰਦਾ ਸਿੰਘ ਬਹਾਦਰ ਨੇ ਜਦ ਇਸ ਤਰ੍ਹਾਂ ਨਿਰਭੈਤਾ ਦਾ ਉੱਤਰ ਦਿੱਤਾ ਤਾਂ ਫਰਖਜ਼ੀਰ ਨੇ ਗੁੱਸੇ ਵਿੱਚ ਆ ਕੇ ਸਭ ਤੋਂ ਪਹਿਲਾਂ ਉਹਦੇ 4 ਸਾਲ ਦੇ ਬੱਚੇ ਬਾਬਾ ਅਜੈ ਸਿੰਘ ਨੂੰ ਸਾਧ ਸੰਗਤ ਜੀ ਉਹ ਛੁਰਾ ਮਾਰ ਕੇ ਛਾਤੀ ਵਿੱਚ ਸ਼ਹੀਦ ਕੀਤਾ। ਉਹਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਤੁੰਨਿਆ। ਬੰਦਾ ਆਪ ਦਾ ਦੁੱਖ ਸਹਾਰ ਸਕਦਾ, ਬੱਚਿਆਂ ਦਾ ਨਹੀਂ। ਬਾਬਾ ਜੀ ਨੇ ਆਪਦੀਆਂ ਅੱਖਾਂ ਨਾਲ ਆਪਦੇ ਬੱਚੇ ਨੂੰ ਸ਼ਹੀਦ ਹੁੰਦਾ ਵੇਖਿਆ, ਪਰ ਕਦੇ ਤਰਲਾ ਨਹੀਂ ਮਾਰਿਆ ਵੀ ਮੈਂ ਸਿੱਖੀ ਛੱਡ ਦਿੰਦਾ, ਮੈਂ ਇਹਨੂੰ ਮੁਸਲਮਾਨ ਬਣਾ ਲਿਓ, ਮੈਂ ਤੁਹਾਡੇ ਨਾਲ ਰਲ ਜਾਣਾ। ਬਿਲਕੁਲ ਨਹੀਂ। ਚੜ੍ਹਦੀ ਕਲਾ ਸਹਿਤ ਜਕਾਰੇ ਛੱਡੇ। ਆਖਿਆ ਵੀ ਕਲਗੀਧਰ ਦੀ ਦਾਤ ਸੀਗੀ, ਆਪਾਂ ਦੇ ਵਿਆਹ ਉਹ ਕਰਾਉਣਾ ਹੀ ਨਹੀਂ ਸੀਗਾ, ਪੰਜਾਬ ਕਿੰਨੇ ਆਉਣਾ ਸੀਗਾ। ਵਿਰਾਗੀ ਸਾਧੂ ਸੀਗੇ, ਜੇ ਮਹਾਰਾਜ ਨੇ ਬਖਸ਼ਿਆ ਤੇ ਮਹਾਰਾਜ ਦੇ ਲੇਖੇ ਲੱਗ ਗਿਆ। ਖੁਸ਼ੀ ਦੀ ਗੱਲ ਹੈ ਸਾਡੇ ਹੁੰਦਿਆਂ। ਫਿਰ ਬਾਬਾ ਜੀ ਦਾ ਜਮੂਰਾਂ ਦੇ ਨਾਲ ਮਾਸ ਨੋਚਿਆ ਔਰ ਉਹਨਾਂ ਨੂੰ ਜ਼ਖਮੀ ਕਰਕੇ ਉਹਨਾਂ ਦੇ ਸਾਹਮਣੇ 700 ਸਿੱਖ ਸ਼ਹੀਦ ਕੀਤਾ। ਕੁਤਬ ਮੀਨਾਰ ਦੀ ਗੱਲ ਹੈ। ਮਹਿਰੌਲੀ ਮੈਂ ਜਦ ਵੀ ਦਿੱਲੀ ਜਾਂਦਾ ਤਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਬੱਸ ਲੈ ਕੇ 10 ਕਿਲੋਮੀਟਰ ਦੂਰ ਹੈ ਮਹਿਰੌਲੀ ਪਿੰਡ। ਜਿਸ ਤਰ੍ਹਾਂ ਚੰਡੀਗੜ੍ਹ 17 ਤੋਂ ਤੁਹਾਡਾ ਸੁਹਾਣਾ ਹੈ, ਇੰਝ ਹੀ ਉਤੋਂ ਕਨਾਟ ਪਲੇਸ ਤੋਂ 10-12 ਕਿਲੋਮੀਟਰ ਮਹਿਰੌਲੀ ਪਿੰਡ ਪੈਂਦਾ। ਉਹਦੇ ਮੁੱਢ ਜੀ ਕੁਤਬ ਮੀਨਾਰ ਹੈ। ਬਾਬਾ ਜੀ ਦੀ ਯਾਦ ਮਹਿਰੌਲੀ ਨਗਰ ਵਿੱਚ ਬਣੀ ਹੋਈ ਹੈ। ਸ਼ਹੀਦਾਂ ਦਾ ਪਾਵਨ ਸਥਾਨ, 2 ਜਗ੍ਹਾ ਜੋਤ ਜਗਦੀ ਹੈ, ਹੇਠਾਂ ਵੀ ਤੇ ਗੁਰਦੁਆਰੇ ਦੇ ਉੱਪਰ ਵੀ। ਉਹਨਾਂ ਸ਼ਹੀਦਾਂ ਦੀ ਬਾਬਾ ਜੀ ਦੀ ਯਾਦ ਦੇ ਵਿੱਚ ਜਿੱਥੇ 700 ਬਾਬਾ ਜੀ ਦੀ ਫੌਜ ਦੇ ਗੁਰਸਿੱਖ ਉਹ ਸ਼ਹੀਦ ਹੋਏ, ਫਿਰ ਅੰਤ ਦੇ ਵਕਤ ਸੋ ਬਾਬਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ। ਪਰ ਉਹਨਾਂ ਸਾਧ ਸੰਗਤ ਜੀ ਉਹ ਆਪਦੇ ਮਿਸ਼ਨ ਤੋਂ ਨਹੀਂ ਥੜਕਣਾ ਕੀਤਾ। ਐਸੇ ਗੁਰਮੁਖਾਂ ਦਾ ਨਾਮ ਲੈਂਦਿਆਂ ਹੀ ਸਾਡਾ ਸਿਰ ਸਵਾ ਗੱਠ ਉੱਚਾ ਹੁੰਦਾ ਹੈ। ਇਉਂ ਜਿਹੜੇ ਮਹਾਰਾਜ ਦੇ ਸੇਵਕ ਨੇ ਉਹ ਕਿਸੇ ਦਾ ਡਰ ਨਹੀਂ ਮੰਨਦੇ। ਮਰਨਾ ਤਾਂ ਇੱਕ ਦਿਨ ਹੀ ਹੈ, ਸਾਰੀ ਦੁਨੀਆ ਮਰਦੀ ਹੈ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਦ ਵੀ ਨਾਮ ਲਈਦਾ, ਉਹਨਾਂ ਦੀ ਫੋਟੋ ਦੇਖੀਦੀ ਹੈ ਤਾਂ ਹਮੇਸ਼ਾ ਹੀ ਉਹ ਮੰਜੀ ਸਾਹਿਬ ਸਪੀਕਰ ਦੇ ਅੱਗੇ ਖੜੇ ਹੋ ਕੇ ਜਿਸ ਤਰ੍ਹਾਂ ਜਕਾਰੇ ਛੱਡਦੇ ਰਹੇ ਤੇ ਦਿੱਲੀ ਥਰ ਥਰ ਕੰਬਦੀ ਰਹੀ, ਇੰਝ ਹੀ ਜਾਪਦਾ ਵੀ ਅਜੇ ਵੀ ਮਹਾਂਪੁਰਖ ਉਂਝ ਹੀ ਨੇ ਜਕਾਰੇ ਛੱਡਦੇ। ਜਿਹੜਾ ਬੰਦਾ ਤੇ ਚੂੰ ਚੂੰ ਕਰਦਾ ਮਰਦਾ, ਦੁਨੀਆ ਉਹਦਾ ਨਾਮ ਵੀ ਲੈਣਾ ਪਸੰਦ ਨਹੀਂ ਕਰਦੀ। ਸੰਤਾਂ ਦੀਆਂ ਫੋਟੋਆਂ ਵੇਖੋ, ਮੁੰਡਿਆਂ ਨੇ ਜਿਹੜੇ ਜੰਮੇ ਵੀ ਬਾਅਦ 'ਚ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸੰਤ ਹੈ ਕੌਣ ਸੀਗੇ, ਉਹਨਾਂ ਵੀ ਸ਼ਰਟਾਂ 'ਤੇ ਲਾਈਆਂ ਹੋਈਆਂ। ਮੈਂ ਕਈਆਂ ਨੂੰ ਪੁੱਛਿਆ ਵੀ ਤੈਨੂੰ ਪਤਾ ਹੈ? ਨਿਆਣਿਆਂ ਦਾ ਇੰਨਾ ਪਿਆਰ ਹੈ। ਵੇਖੋ ਘਰਾਂ ਦੇ ਵਿੱਚ ਕੀ, ਗੱਡੀਆਂ ਦੇ ਵਿੱਚ ਕੀ, 4 ਚੁਫੇਰੇ। ਉਹਨਾਂ ਦਾ ਗੁਰਦੁਆਰਾ ਵੀ ਬੜਾ ਸੋਹਣਾ ਬਣ ਗਿਆ ਉਹਨਾਂ ਦੇ ਨਾਂ ਦੇ। ਅਜਾਇਬ ਘਰ 'ਚ ਵੀ ਤਸਵੀਰ, ਸੋ ਸ਼ਹੀਦੀ ਗੈਲਰੀ ਬਣ ਰਹੀ ਹੈ। ਸੋ ਇਸ ਵਾਸਤੇ ਜਿਹੜੇ ਦੁਸ਼ਟ ਹਨ ਉਹਨਾਂ ਨੂੰ ਕੋਈ ਚੰਗਾ ਨਹੀਂ ਜਾਣਦਾ। ਪ੍ਰਭ ਕੇ ਸੇਵਕ ਸ਼ਰਨ ਪ੍ਰਭ, ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸ਼ਰਨ ਵਿੱਚ ਹਨ। ਤਿਨ ਕਉ ਭਉ ਨਾਹੇ, ਮਾਰੇ ਕਹਿੰਦੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਸੋਰਠ ਮਹੱਲਾ 5। ਮੈਂ ਬੇਨਤੀ ਕਰ ਰਿਹਾ ਸੀ, ਜਿਵੇਂ ਮਾਂ ਦੀ ਸ਼ਰਨ ਵਿੱਚ ਆ ਕੇ ਬੱਚਾ ਨਿਰਭੈ ਹੋ ਜਾਂਦਾ ਹੈ, ਮਾਂ ਕਿਉਂਕਿ ਉਹਨੂੰ ਬਚਾ ਲੈਂਦੀ ਹੈ। ਕੋਈ ਗਰਮੀ ਸਰਦੀ ਹੋਵੇ, ਬਾਰਿਸ਼ ਪੈਂਦੀ ਹੋਵੇ, ਛਤਰੀ ਦੀ ਓਟ ਹੇਠਾਂ ਆ ਕੇ ਆਪਾਂ ਕੁਝ ਸੁੱਖ ਦਾ ਸਾਹ ਲੈਂਦੇ ਹਾਂ, ਕਿਸੇ ਛੱਜੇ ਹੇਠ ਆ ਕੇ ਸੁੱਖ ਮਨਾਉਂਦੇ ਹਾਂ। ਇਉਂ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਛੋਟਾ ਜਿਹਾ ਇੱਕ ਬੱਚਾ, ਗ੍ਰੰਥਾਂ ਦੇ ਵਿੱਚ ਸਟੋਰੀ ਲਿਖੀ ਹੋਈ ਹੈ। ਮਾਂ ਪਿਓ ਨੇ ਰਾਜੇ ਨੂੰ ਇਸ ਲਈ ਵੇਚ ਦਿੱਤਾ ਵੀ ਉਹ ਆਖੇ ਨਹੀਂ ਲੱਗਦਾ। ਆਖੇ ਕੀ ਨਹੀਂ ਲੱਗਦਾ ਕਿ ਸਵੇਰੇ ਸ਼ਾਮ ਸੰਤਾਂ ਦੀ ਸੰਗਤ ਵਿੱਚ ਕਿਉਂ ਜਾਂਦਾ, ਦਿਨੇ ਕਾਰੋਬਾਰ ਕਰਨਾ। ਪਿਓ ਸੀ ਲਾਲਚੀ, ਦੂਜਿਆਂ ਨੇ ਤਾਸ਼ ਖੇਡ ਕੇ, ਸ਼ਰਾਬਾਂ ਪੀ ਕੇ, ਮੀਟ ਮੁਰਗੇ ਖਾ ਕੇ, ਨੱਚ ਗਾ ਕੇ ਆਪਣਾ ਸਮਾਂ ਬਰਬਾਦ ਕਰਨਾ। ਉਹ ਬੱਚੇ ਨੇ ਸੰਗਤ ਕਰਨੀ। ਪਿਓ ਨੇ ਈਰਖਾ ਵਿੱਚ ਆ ਕੇ ਰਾਜੇ ਨੂੰ ਵੇਚਤਾ। ਰਾਜੇ ਨੇ ਡੋਂਡੀ ਪਿਟਵਾਈ। ਕਿਸੇ ਜੋਸ਼ੀ ਨੇ
ਇਹ ਖੋਟੀ ਸਿੱਖਿਆ ਦਿੱਤੀ ਵੀ ਤੇਰੇ ਘਰ ਤਾਂ ਬੱਚਾ ਹੋਊਗਾ ਜੇ ਕਿਸੇ ਬੱਚੇ ਦੀ ਬਲੀ ਦੇਵੇਂ, ਤੇ ਬਲੀ ਉਹਦੀ ਦੇਵੇਂ ਜੋ ਮਾਂ ਪਿਓ ਆਪਦੀ ਮਰਜ਼ੀ ਨਾਲ ਦੇਵੇ। ਜਿਸ ਵਕਤ ਰਾਜੇ ਨੇ ਬੱਚਾ ਖਰੀਦ ਲਿਆ ਤੇ ਬੱਚੇ ਨੂੰ ਪੁੱਛਿਆ ਵੀ ਕਾਕਾ ਹੁਣ ਮੈਂ ਤੈਨੂੰ ਦੇਵੀ ਦੀ ਬਲੀ ਦੇਣ ਜਾਣਾ, ਤੇ ਕੋਈ ਤੇਰੇ ਮਨ ਦੀ ਇੱਛਾ ਹੋਵੇ। ਕਹਿੰਦਾ ਵੀ ਇੰਜ ਮੇਰੀ ਬੇਨਤੀ ਹੈ ਵੀ ਮੈਨੂੰ ਇਸ਼ਨਾਨ ਕਰ ਲੈਣ ਦਿਓ। ਉਹਨੇ ਆਪਦੇ ਸਿਪਾਹੀ ਭੇਜੇ ਵੀ ਜਾਓ ਇਹਨੂੰ ਨਦੀ ਤੇ ਨਵਾ ਲਿਆਓ। ਆਪ ਕੋਠੇ ਤੇ ਚੜ੍ਹ ਕੇ ਵੇਖਣ ਲੱਗ ਪਿਆ ਤੇ ਕਹਿਣ ਲੱਗਾ ਵੀ ਕਿਤੇ ਦੌੜ ਨਾ ਜਾਏ, ਖਿਆਲ ਰੱਖਿਓ। ਉਹ ਬੱਚੇ ਨੇ ਇਸ਼ਨਾਨ ਪਾਣ ਕੀਤਾ, ਉਹਦੇ ਕਿਨਾਰੇ ਤੇ ਆ ਕੇ ਉਹਨੇ 4 ਢੇਰੀਆਂ ਬਣਾਈਆਂ। 4 ਢੇਰੀਆਂ ਬਣਾ ਕੇ 3 ਢੇਰੀਆਂ ਵਾਰੀ ਵਾਰੀ ਢਾਹ ਕੇ ਤੇ ਬਾਅਦ ਵਿੱਚ 3 ਵਾਰੀ ਰੋਇਆ। ਚੌਥੀ ਢੇਰੀ ਢਾਈ ਨਹੀਂ ਤੇ ਖਿੜਖੜਾ ਕੇ ਹੱਸ ਪਿਆ। ਉੱਪਰ ਨੂੰ ਹੱਥ ਕਰਕੇ ਅੱਖਾਂ ਬੰਦ ਕਰਕੇ ਕੁਝ ਉਹਨੇ ਮੰਤਰ ਪੜ੍ਹਿਆ। ਰਾਜਾ ਸਭ ਕੁਝ ਵੇਖ ਰਿਹਾ ਸੀ। ਜਦੋਂ ਬੱਚਾ ਵਾਪਸ ਆਇਆ ਉਹਨੂੰ ਪੁੱਛਿਆ ਵੀ ਦੱਸ ਕਾਕਾ ਵੀ ਇਹ ਕੀ ਕੀਤਾ ਤੂੰ? ਕਹਿੰਦਾ ਤੂੰ ਜਿਹੜਾ ਆਪਦਾ ਕੰਮ ਕਰਨਾ ਕਰ, ਜੇ ਤੂੰ ਮੈਨੂੰ ਪੁੱਛ ਲਿਆ ਤੂੰ ਮੈਨੂੰ ਮਾਰ ਨਹੀਂ ਸਕੇਗਾ। ਕਹਿੰਦਾ ਨਹੀਂ ਜ਼ਰੂਰ ਦੱਸ। ਕਹਿੰਦਾ ਢੇਰੀ ਦਾ ਮਤਲਬ ਹੈ ਆਸਰਾ। ਸਭ ਤੋਂ ਪਹਿਲਾਂ ਆਸਰਾ ਬੰਦੇ ਦਾ ਰਾਜੇ ਹੁੰਦੇ ਨੇ, ਮਾਂ ਪਿਓ ਦੀ ਤਰ੍ਹਾਂ ਰਕਸ਼ਾ ਕਰਦੇ ਨੇ। ਮੈਂ ਪਹਿਲਾਂ ਤੇਰੀ ਢੇਰੀ ਬਣਾਈ ਵੀ ਤੂੰ ਮੇਰੀ ਰੱਖਿਆ ਕਰੇਗਾ, ਪਰ ਮੈਂ ਸੋਚਿਆ ਵੀ ਤੂੰ ਖੁਦ ਮੈਨੂੰ ਆਪ ਖਰੀਦਿਆ ਬਲੀ ਦੇਣ ਵਾਸਤੇ, ਮੈਂ ਕਿਹਦੇ ਕੋ ਪੁਕਾਰ ਕਰਾਂ? ਤੂੰ ਖੁਦ ਆਪ ਹੀ ਮਾਰ ਰਿਹਾ, ਮੈਂ ਤੈਨੂੰ ਪੁਕਾਰ ਕਿਵੇਂ ਕਰ ਸਕਦਾ? ਬੱਚੇ ਦਾ ਮਾਂ ਪਿਓ ਵੀ ਆਸਰਾ ਹੁੰਦੇ। ਤੋ ਪਹਿਲੀ ਢੇਰੀ ਮਾਂ ਪਿਓ ਦੀ, ਉਹਨਾਂ ਨੂੰ ਵੀ ਮੈਂ ਰੋ ਸੁੱਟਿਆ ਜਿਨ੍ਹਾਂ ਨੇ ਪੈਸੇ ਦੇ ਲਾਲਚ ਖਾ ਆਪਦਾ ਬੱਚਾ ਵੇਚਤਾ। ਦੂਜਾ ਆਸਰਾ ਤੈਨੂੰ ਮੰਨ ਕੇ ਤੈਨੂੰ ਵੀ ਰੋ ਦਿੱਤਾ ਵੀ ਤੂੰ ਮੇਰੀ ਪੁਕਾਰ ਨਹੀਂ ਸੁਣੇਗਾ। ਤੀਜਾ ਆਸਰਾ ਦੇਵੀ ਦੇਵਤੇ ਹੁੰਦੇ ਨੇ, ਉਹ ਤਾਂ ਗਿੱਠ ਲਵੀ ਜ਼ਬਾਨ ਕੱਢ ਕੇ ਤੇ ਉਹ ਖੜੀ ਹੈ ਮੇਰਾ ਖੂਨ ਪੀਣ ਲਈ। ਉਹ ਕਾਹਦੀ ਮਾਂ ਹੈ? ਜੈ ਮਾਤਾ ਜੈ ਮਾਤਾ, ਉਹਦਾ ਖੂਨ ਪੀਣੀ ਹੈ। ਮਾਂ ਬੱਚੇ ਦਾ ਖੂਨ ਥੋੜ੍ਹਾ ਪੀਂਦੀ ਹੈ। ਮੈਂ ਉਹਨੂੰ ਵੀ ਰੋਤਾ ਵੀ ਤੇਰਾ ਵੀ ਬੇੜਾ ਬਹਿ ਜਾਏ, ਤੂੰ ਕਿੱਥੇ ਮੇਰੀ ਬਾਤ ਪੁੱਛਣੀ ਹੈ? ਹਾਂ, ਸਭ ਤੋਂ ਮੁੱਖ ਆਸਰਾ ਵਾਹਿਗੁਰੂ ਅਕਾਲ ਪੁਰਖ ਹੈ। ਉਹ ਮੈਂ ਚੌਥੀ ਢੇਰੀ ਵਾਹਿਗੁਰੂ ਦੀ ਬਣਾਈ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਮਹਾਰਾਜ ਮੇਰੀ ਹੈਲਪ ਕਰੇਗਾ, ਮੇਰੀ ਰਕਸ਼ਾ ਕਰੇਗਾ। ਤੋ ਇੰਜ ਰਾਜੇ ਨੇ ਵੇਖਿਆ ਵੀ ਬੱਚਾ ਬੜਾ ਸਿਆਣਾ, ਜਿਹਨੂੰ ਮੈਂ ਮਾਰਤਾ ਕੀ ਪਤਾ ਮੇਰੇ ਘਰ ਬੱਚਾ ਹੋਵੇ ਹੀ ਨਾ, ਜੇ ਹੋਇਆ ਕੀ ਪਤਾ ਲੜਕੀ ਹੋਏ, ਤੇ ਕਿਉਂ ਨਾ ਇਹਨੂੰ ਮੈਂ ਆਪਦਾ ਬੱਚਾ ਬਣਾ ਲਵਾਂ। ਉਹਨੇ ਉਸੇ ਵਕਤ ਦਾ ਰਾਜ ਉਹਦੇ ਨਾਲ ਲਵਾਤਾ ਤੇ ਐਲਾਨ ਕਰ ਦਿੱਤਾ ਵੀ ਇਹ ਮੇਰਾ ਰਾਜਕੁਮਾਰ ਹੈ। ਵੇਖੋ ਮਿੰਟਾਂ ਸਕਿੰਟਾਂ ਜੀ ਵਾਹਿਗੁਰੂ ਦਾ ਆਸਰਾ ਉਸ ਬੱਚੇ ਨੇ ਲਿਆ ਤੇ ਉਹ ਰਾਜਾ ਬਣ ਗਿਆ। ਇੰਜ ਮਹਾਰਾਜ ਫਰਮਾਉਂਦੇ ਨੇ, ਪ੍ਰਭ ਕੇ ਸੇਵਕਾ ਸਰਨ ਪ੍ਰਭ। ਪਰਮਾਤਮਾ ਦੇ ਸੇਵਕ ਦਾਸ ਪਰਮਾਤਮਾ ਦੀ ਓਟ ਵਿੱਚ ਪਏ ਰਹਿੰਦੇ ਹਨ। ਤੈਨ ਕਉ ਪਉ ਨਾਹੀ। ਇਸ ਲਈ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਦਾ ਭੈ ਡਰ ਮਹਾਰਾਜ ਦੂਰ ਕਰ ਦਿੰਦਾ। ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਗਿਆਨੀ ਜੈਲ ਸੋਮੀ ਸੀਗਾ ਜਿਹੜਾ ਸਿੱਖ ਹੋਣ ਦੇ ਨਾਤੇ ਇੰਨਾ ਘਬਰਾ ਗਿਆ ਬੀਬੀ ਤੋਂ, ਮਾੜਾ ਜਿਹਾ ਦਬਕਾ ਮਾਰਦਾ ਵੀ ਜਾ ਬੀਬੀ ਮੈਂ ਸਿੱਖ ਹਾਂ ਗੁਰੂ ਦਾ ਪਹਿਲਾਂ ਤੇ ਤੁਹਾਡਾ ਬੰਦਾ ਮੈਂ ਬਾਅਦ ਵਿੱਚ, ਮੈਂ ਨਹੀਂ ਸਹਿਣ ਸੁਣ ਕਰਨੇ। ਪਤਾ ਨਹੀਂ ਕਿਹੋ ਜਿਹਾ ਉਹਨੇ ਦਬਕਾ ਮਾਰਿਆ, ਬੀਬੀ ਨੇ ਝੱਟ ਉਹਨੇ ਸਹਿਣ ਕਰ ਦਿੱਤੇ। ਗਿਆਨੀ ਉਹ ਵੀ ਸੀਗਾ, ਗਿਆਨੀ ਸੰਤ ਜਰਨੈਲ ਸੋਮੀ ਸੀਗਾ। ਤੋ ਫਰਕ ਇੰਨਾ ਹੀ ਹੈ ਵੀ ਮਹਾਰਾਜ ਕਹਿੰਦੇ ਵੀ ਗਿਆਨੀ ਅਸਲ 'ਚ ਉਹ ਹੈ ਜਿਹੜਾ ਬੰਦਾ ਕਿਸੇ ਤੋਂ ਡਰੇ ਨਾ, ਸਿਵਾਏ ਪਰਮਾਤਮਾ ਤੋਂ। ਤੋ ਨਾ ਦਾ ਮੇਰੇ ਵਰਗੇ ਸਾਰੇ ਰਖਾ ਲੈਂਦੇ ਨੇ, ਪਰ ਗੁਣ ਹੋਣੇ ਬੜੀ ਵੱਡੀ ਗੱਲ ਹੈ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਸਤ ਬਚਨ ਨਾਨਕ ਕਾਹੈ, ਪ੍ਰਗਟ ਸਭ ਮਾਹੇ। ਪ੍ਰਭ ਕੇ ਸੇਵਕ ਸਰਨ ਪ੍ਰਭ, ਤਿਨ ਕਉ ਭਉ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।